ਚਲੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਬੀਰ ਜੀ ਦੇ ਜਿਹੜੇ ਸ਼ਲੋਕ ਹੈਗੇ 1366 ਅੰਗ ਦੇ ਉੱਤੇ 35ਵਾਂ ਸ਼ਲੋਕ ਲਵਾਂਗੇ, ਉੱਥੋਂ ਸ਼ੁਰੂ ਕਰਾਂਗੇ। ਮਹਾਰਾਜ ਮਿਹਰ ਕਰਨ ਜੀ। ਇਹ ਬਾਣੀ ਜਿਹੜੀ ਹੈਗੀ ਆ ਇਹਦਾ ਭਾਵ ਜਿਹੜਾ ਹੈਗਾ, ਇਹ ਬਾਣੀ ਦੀ ਬੁਝਾਰਤ ਜਿਹੜੀ ਹੈਗੀ ਆ, ਇਹ ਮੁੰਦਾਵਣੀ ਜਿਹੜੀ ਹੈਗੀ ਆ, ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ। ਇਹ ਬਾਣੀ ਜਿਹੜੀ ਹੈਗੀ ਆ, ਇਹ ਬਾਣੀ ਜਿਹੜੀ ਹੈਗੀ ਪ੍ਰੈਕਟੀਕਲ ਹੈਗਾ, ਮੀਲ ਪੱਥਰ ਹੈਗੇ ਆ। ਇਹ ਧਿਆਨ ਸਿਮਰਨ ਦੇ ਰਸਤੇ 'ਤੇ ਪਰਮਾਤਮਾ ਦੇ ਮਿਲਣ ਦੇ ਵਾਸਤੇ ਜਿਹੜੀ ਹੈਗੀ ਅਕਥ ਕਥਾ ਹੈਗੀ ਆ, ਉਹਨੂੰ ਜਿਹੜਾ ਹੈਗਾ ਕਥਨ ਦੇ ਵਿੱਚ ਜਿਹੜਾ ਹੈਗਾ ਨਹੀਂ ਲਿਆਇਆ ਜਾ ਸਕਦਾ। ਉਹਦੇ ਵਾਸਤੇ ਸ਼ਬਦ ਹੈ ਨਹੀਂਗੇ। ਅਤੇ ਇਹ ਬਾਣੀ ਬੁਝਾਰਤ ਆ, ਜਿਹੜਾ ਪ੍ਰੈਕਟੀਕਲ ਕਰੂਗਾ ਅਤੇ ਉਹਦੇ ਅੱਗੇ ਬਾਣੀ ਜਿਹੜੀ ਹੈਗੀ ਆ ਉਹਨੂੰ ਹੀ ਡਾਹ ਦਊਗੀ ਬਾਣੀ। ਜਿਹੜਾ ਪ੍ਰੈਕਟੀਕਲ ਨਹੀਂ ਹੈਗਾ, ਜਿਹਦੇ ਕੋਲ ਜਿਹੜਾ ਯਾਤਰੂ ਨਹੀਂ ਹੈਗਾ, ਉਹਦੇ ਵਾਸਤੇ ਜਿਹੜਾ ਹੈਗਾ ਬਾਣੀ ਜਿਹੜੀ ਹੈਗੀ ਆ, ਉਹਨੂੰ ਇਹਦਾ ਜਿਹੜਾ ਹੈਗਾ ਅਧਿਆਤਮਿਕ ਜਿਹੜਾ ਹੈਗਾ ਸਫ਼ਰ ਨਹੀਂ ਤੈਅ ਕਰ ਪਾਏਗਾ ਭਾਈ, ਜਿਹੜਾ ਇੰਟਰਸਟਿਡ ਹੀ ਨਹੀਂ ਹੈਗਾ। ਇਹ ਬਾਣੀ ਸਿਰਫ ਇਸੇ ਵਾਸਤੇ ਹੈਗਾ, ਹੋਰ ਇਹਦਾ ਕੋਈ ਮਕਸਦ ਨਹੀਂ ਹੈਗਾ ਬਾਣੀ ਦਾ। ਇਹ ਤਾਂ ਆਪਾਂ ਨੂੰ ਜਿਹੜਾ ਹੈਗਾ ਰਸਤਾ ਹੈਗਾ, ਜਿਹੜਾ ਆਪਣੇ ਸੰਸਾਰ ਦੇ ਵਿੱਚ ਮਾਲਕ ਨੇ ਜਿਹੜਾ ਆਪਾਂ ਨੂੰ ਭੇਜਿਆ ਹੈ ਹਿਮਾਇਤ ਦੇ ਵਿੱਚ, ਇਹਦੇ 'ਚੋਂ ਇਹ ਸੰਸਾਰ ਸਮੁੰਦਰ ਤੋਂ, ਇਹ ਭੌਜਲ ਤੋਂ ਨਿਕਲਣ ਦਾ ਜਿਹੜਾ ਹੈਗਾ ਇਹ GPS ਹੈਗਾ। ਇਹਨੂੰ ਇਸੇ ਵਾਸਤੇ ਜਿਹੜਾ ਹੈਗਾ ਯੂਜ਼ ਕਰਾਂਗੇ ਅਤੇ ਇਹਦੇ ਤੋਂ ਜਿਹੜਾ ਹੈਗਾ ਆਪਾਂ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂਗੇ, ਸੁਖੈਨ ਪਾਰ ਹੋ ਜਾਵਾਂਗੇ। ਔਰ ਆ ਜਿਹੜਾ ਹੈਗਾ ਇਸੇ ਜਨਮ ਦੇ ਵਿੱਚ ਜਿਹੜਾ ਹੈਗਾ, ਆਹੀ ਮਨੁੱਖੀ ਜੂਨ ਦੇ ਵਿੱਚ ਜਿਹੜਾ ਹੈਗਾ ਸਫਲਤਾ ਪ੍ਰਾਪਤ ਹੋ ਜਾਏਗੀ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਇਹ ਸੰਸਾਰ ਸਮੁੰਦਰ ਦੇ ਵਿੱਚ ਆਪਣਾ ਜੀਵਨ ਹੈ, ਆਪਾਂ ਜਿਹੜੇ ਹੈਗੇ ਚੱਲ ਰਹੇ ਹਾਂ, ਗਤੀ ਹੈ ਆਪਣੇ ਅੰਦਰ। ਆਪਾਂ ਨੂੰ ਸੰਸਾਰ ਸਮੁੰਦਰ ਦੇ ਵਿੱਚ ਹੈਗੇ ਅਤੇ ਆਪਣੇ ਕੋਲ ਜਿਹੜਾ ਆ ਬੇੜਾ ਹੈਗਾ, ਆ ਸਰੀਰ ਮਿਲਿਆ ਹੋਇਆ ਆਪਾਂ ਨੂੰ ਜਿਹੜਾ ਹੈਗਾ, ਆ ਜੋ ਵੀ ਸੁਰਤ ਮਤ ਮਨ ਬੁੱਧ, ਜੋ ਵੀ ਆਪਾਂ ਨੂੰ ਖਾਣ ਪੀਣ ਦੇ ਹੋਰ ਜਿਹੜੇ ਦੁਨੀਆ ਦੇ ਜਿਹੜੇ ਹੈਗੇ ਹਵਾ ਪਾਣੀ, ਜੋ ਮਾਲਕ ਪਰਮਾਤਮਾ ਨੇ ਦਿੱਤੇ ਹੋਏ ਆ, ਇਹ ਸਾਰਾ ਸਫ਼ਰ ਤੈਅ ਕਰਨ ਵਾਸਤੇ ਦਿੱਤਾ ਹੈ ਆਪਾਂ ਨੂੰ। ਔਰ ਕਬੀਰ ਜੀ ਕਹਿੰਦੇ ਆ ਕਿ ਬੇੜਾ ਜਰਜਰਾ, ਕਹਿੰਦੇ ਬੇੜਾ ਤਾਂ ਜਰਜਰਾ ਹੋਇਆ ਪਿਆ ਪਿਆਰਿਆ, ਕਿਉਂਕਿ ਜਿਹੜਾ ਹੈਗਾ ਆਪਾਂ ਜਿਸ ਤਰ੍ਹਾਂ ਪੈਦਾ ਹੋਏ, ਹੌਲੀ ਹੌਲੀ ਜਰਨੇ ਆਈ ਜਾਣਾ ਆਪਾਂ ਨੂੰ। ਉਮਰ ਆਪਣੀ ਜਿਹੜੀ ਹੈਗੀ ਆ, ਜਿਉਂ ਉਮਰ ਵਧੀ ਜਾਂਦੀ ਆ, ਤਿਉਂ ਜਿਹੜਾ ਹੈਗਾ ਆਪਣੇ ਅੰਦਰ ਜਿਹੜੀ ਹੈਗੀ ਜਰ ਵੀ ਵਧੀ ਜਾਂਦੀ ਆ। ਜਰ ਕਹਿੰਦੇ ਬੁਢੇਪੇ ਨੂੰ। ਇਹ ਸਰੀਰ ਜਿਹੜਾ ਕਮਜ਼ੋਰ ਹੋਈ ਜਾਂਦਾ ਹੈ। ਕਬੀਰ ਬੇੜਾ ਜਰਜਰਾ ਫੂਟੇ 6000। ਔਰ ਇਹ ਜਿਹੜਾ ਬੇੜਾ ਹੈਗਾ ਜਿਸ 'ਤੇ ਤੂੰ ਚੱਲ ਰਿਹਾ ਹੈ, ਜਿਹਦੇ ਨਾਲ ਤੂੰ ਸਫ਼ਰ ਕਰ ਰਿਹਾ ਆ, ਇਹਦੇ ਵਿੱਚ ਤਾਂ ਹਜ਼ਾਰਾਂ ਹੀ ਛੇਕ ਹੋਏ ਪਏ ਆ। ਵਿਸ਼ੇ ਵਿਕਾਰਾਂ ਦੇ ਇੰਨੇ ਛੇਕ ਆ ਤੇਰੇ ਉੱਤੇ, ਤੈਨੂੰ ਤਾਂ ਸਮਾਂ ਹੀ ਨਹੀਂ ਮਿਲਦਾ ਤੇਰੇ ਜਿਹੜੇ ਭੋਗ ਪੂਰੇ ਕਰਨ ਦੇ ਵਾਸਤੇ। ਇੰਨੇ ਛੇਕ ਹੈਗੇ ਇਹਦੇ ਵਿੱਚ। ਔਰ ਛੇਕਾਂ ਤੋਂ ਕੀ ਹੁੰਦਾ ਹੈ, ਕੋਈ ਬੇੜਾ ਹੈਗਾ, ਕੋਈ ਕਸ਼ਤੀ ਹੈਗੀ, ਉਹਦੇ ਵਿੱਚੋਂ ਦੀ ਸੁਰਾਖ ਹੈਗੇ ਅਤੇ ਉਹ ਪਾਣੀ ਜਿਹੜਾ ਹੈਗਾ ਅੰਦਰ ਆਈ ਜਾ ਰਿਹਾ, ਕਿਸ਼ਤੀ ਭਾਰੀ ਹੋਈ ਜਾ ਰਹੀ ਹੈ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਪਰ ਜਿਹੜੇ ਹੈਗੇ ਆ, ਜਿਹੜੇ ਹੌਲੇ ਹੈਗੇ, ਜਿਨ੍ਹਾਂ ਨੇ ਜਿਹੜਾ ਹੈਗਾ, ਜਿਨ੍ਹਾਂ ਦੇ ਸੁਰਾਖ ਘੱਟ ਹੈਗੇ, ਸੁਰਾਖ ਨਹੀਂ ਹੈਗੇ ਆ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਆਪਣੇ ਸੁਰਾਖ ਜਿਹੜੇ ਹੈਗੇ ਬੰਦ ਕਰਤੇ, ਅਤੇ ਕਹਿੰਦੇ ਉਹ ਤੈਰ ਗਏ, ਉਹ ਪਾਰ ਲੰਘ ਗਏ। ਅਤੇ ਜਿਹੜੇ ਭਾਰੀ ਹੋ ਗਏ, ਜਿਹੜੇ ਕਾਰਨ ਸ਼ੀਰ ਵਧਾ ਲਿਆ, ਜਿਨ੍ਹਾਂ ਨੇ ਸੁਆਦਾਂ ਦੇ ਜਿਹੜੇ ਹੈਗੇ, ਇਹ ਭੋਗ ਵਿਲਾਸ ਦੇ, ਇਹ ਵਿਸ਼ੇ ਵਿਕਾਰਾਂ ਦੇ ਜਿਹੜੇ ਸੁਰਾਖ ਨਹੀਂ ਬੰਦ ਕੀਤੇ, ਉਹ ਡੁੱਬ ਗਏ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਹਾਂਜੀ ਸੁਖਵਿੰਦਰ ਜੀ। ਹਾਂਜੀ
ਬੜਾ ਵਧੀਆ ਸ਼ਬਦ ਹੈ ਇੱਕ ਆਪਣਾ ਸ਼ਲੋਕ ਹੈ ਕਬੀਰ ਸਾਹਿਬ ਦਾ। ਹਾਂਜੀ ਹਾਂਜੀ। ਸੰਗਤ ਜੀ ਕਹਿੰਦੇ ਕਬੀਰ ਬੇੜਾ ਜਰਜਰਾ ਫੂਟੇ 6,000। ਉਹ ਕਹਿੰਦੇ ਤੇਰੇ ਮਤਲਬ ਐਸੇ ਬੇੜੇ 'ਚ ਤੂੰ ਸਵਾਰ ਹੋਇਆ ਬੈਠਾ ਹੈ ਜਿਹਦੇ ਅੰਦਰ ਇੰਨੇ ਛੇਕ ਨੇ ਕਿ ਜਿੱਥੇ ਛੇਕ ਹੋਊਗਾ ਉੱਥੇ ਪਾਣੀ ਅੰਦਰ ਵੜੂਗਾ। ਜਦੋਂ ਪਾਣੀ ਅੰਦਰ ਵੜੂਗਾ ਤੇ ਉਹਨੇ ਭਾਰੀ ਹੋ ਜਾਣਾ ਤੇ ਉਹਨੇ ਡੁੱਬਣਾ ਹੀ ਡੁੱਬਣਾ। ਤਾਂ ਸਾਡਾ ਜਿਹੜਾ ਧਿਆਨ ਸਿਮਰਨ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ, ਉਹ ਛੇਕ ਹੀ ਬੰਦ ਕਰ ਰਹੇ ਹਾਂ ਬਸ। ਜਿੱਥੋਂ ਜਿੱਥੋਂ ਉਸ ਐਨਰਜੀ ਦੀ ਲੀਕੇਜ ਹੈ ਨਾ ਪਰਮਾਤਮਾ ਦੀ, ਉੱਥੋਂ ਜਿਹੜੀ ਉਹ ਬੰਦ ਕਰ ਰਹੇ ਹਾਂ। ਕਬੀਰ ਸਾਹਿਬ ਤੇ ਉਹ ਤਿਰ ਗਏ ਜਿਹੜੇ ਹੌਲੇ ਹੋ ਜਾਂਦੇ, ਉਹ ਕਿਉਂ? ਜਦੋਂ ਛੇਕ ਬੰਦ ਹੋ ਗਏ ਤਾਂ ਉਹ ਨੈਚੁਰਲੀ ਹੈ, ਜਦੋਂ ਛੇਕ ਬੰਦ ਹੋ ਗਏ ਤਾਂ ਉਹਦੇ 'ਚ ਪਾਣੀ ਜਾਊਗਾ ਹੀ ਨਹੀਂ। ਉਹ ਤਿਰਨਾ ਉਹਦੇ ਤੇ ਉਹ ਤਿਰਨਾ ਤੇ ਤੈਰਨਾ ਬਹੁਤ ਇੱਕ ਅਲੱਗ ਚੀਜ਼ਾਂ ਤੋਂ। ਉਹ ਤਿਰਨਾ ਤਾਂ ਇਹ ਕਿ ਵੀ ਤੂੰ ਆਪਣੇ ਆਪ ਨੂੰ ਉਹਦੇ ਉੱਤੇ ਸਮੁੰਦਰ ਦੀ ਜਾਂ ਪਾਣੀ ਦੀ ਸਤਹ ਦੇ ਉੱਤੇ ਆਪਣੇ ਆਪ ਨੂੰ ਛੱਡ ਦਿੱਤਾ। ਜਿੱਧਰ ਨੂੰ ਲੈ ਜਾਓ ਤੇ ਤੈਰਨਾ ਅਸੀਂ ਉਹਦੇ ਅਗੇਂਸਟ ਹੱਥ ਮਾਰ ਰਹੇ ਹਾਂ। ਤੇ ਉਹ ਸਾਰੀ ਗੱਲ ਇਹਦੇ 'ਚ ਦੱਸ ਰਹੇ ਨੇ ਕਿ ਵੀ ਜੇ ਤੂੰ ਇਸ ਚੋਂ ਤਿਰਨਾ ਹੈ ਤਾਂ ਇਹੀ ਤਰੀਕਾ ਹੈ ਕਿ ਆਪਣੇ ਛੇਕ ਬੰਦ ਕਰ। ਜਦੋਂ ਛੇਕ ਬੰਦ ਹੋ ਗਏ ਤੇ ਉਹ ਫਿਰ ਕਬੀਰ ਸਾਹਿਬ ਇਹੀ ਤਾਂ ਹੀ ਤਾਂ ਕਹਿੰਦੇ ਕਿ ਵੀ ਉੱਤਰਨਾ ਥੱਲੇ ਨੂੰ ਹੈ ਘਾਟੀ 'ਚ ਤੇ ਚੜਾਈ ਉੱਪਰ ਨੂੰ ਹੋ ਜਾਣੀ। ਦੇਖੋ ਉਹ ਤਾਂ ਹੀ ਹੈ ਕਿ ਛੇਕ ਬੰਦ ਹੋ ਗਏ। ਇੱਕ ਔਖਦ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ ਤੇ ਚੜ ਰਹੇ ਨੇ ਉੱਪਰ। ਔਰ ਛੇਕ ਜਿਹੜੇ ਹੈ ਨਾ ਜੀ, ਔਰ ਤੇ ਰਹੇ ਨੇ ਉਹ ਛੇਕ ਬੰਦ ਹੋ ਗਏ। ਛੇਕ ਬੰਦ ਹੋਣੇ ਛੇਕੀ ਨੇ ਕਿਉਂ? ਵਿਚਾਰਾਂ ਦੇ ਬਸ ਬਿਲਕੁਲ ਚਾਰਾਂ ਚ ਉਲਝਿਆ ਹੋਇਆ ਇੱਧਰ ਦੇ ਪੁਰਾਣੇ ਕਿਤੋਂ ਪਤਾ ਨੀ ਕਿਹੜੇ ਇਸ ਜਨਮ ਦੇ ਨਹੀਂ ਪਹਿਲੀ ਗੱਲ ਤੋਂ ਮੁੱਕਦੇ, ਫਿਰ ਪਤਾ ਨੀ ਕਿੱਥੋਂ ਕਿੱਥੋਂ ਕੱਢ ਲਿਆਉਂਦਾ ਇਹ ਮਨ, ਸਿੱਟੀ ਜਾਂਦਾ ਉੱਥੇ ਚੋਗਾ ਸਿੱਟੀ ਜਾਂਦਾ। ਉਹ ਜਦੋਂ ਉਹ ਚੋਂ ਦਿਸ ਗਿਆ ਉਹਨੂੰ ਵੀ ਠੀਕ ਹੈ ਵੀ ਉਹ ਵਿਚਾਰਾਂ ਤੋਂ ਕੋਈ ਮੈਂ ਉਹਦੇ ਨਾਲ ਕਲਿੰਗਿੰਗ ਨਹੀਂ ਕਰਨੀ। ਕਿਉਂ? ਬਸ ਫਰਕ ਇਹੀ ਹੈ ਕਿ ਵੀ ਅਸੀਂ ਉਹ ਦ੍ਰਿਸ਼ ਦੇ ਪਿੱਛੇ ਪਏ ਹਾਂ। ਸਾਰੀ ਦੁਨੀਆ ਦ੍ਰਿਸ਼ ਦੇ ਪਿੱਛੇ ਪਈ ਹੈ। ਕਿਉਂ? ਅੱਖਾਂ ਜਿਹੜੀਆਂ ਨੇ ਉਹ ਦ੍ਰਿਸ਼ ਨੂੰ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ ਬਾਹਰ ਮੁਖੀ ਹੈ, ਸਾਰਾ ਕੁਛ ਬਾਹਰ ਮੁਖੀ ਹੈ। ਤੇ ਜਦੋਂ ਹੀ ਉਹ ਦ੍ਰਿਸ਼ ਤੋਂ ਅਸੀਂ ਦ੍ਰਿਸ਼ਟਾ ਤੇ, ਕਿਉਂ ਦ੍ਰਿਸ਼ਟਾ ਅੰਦਰ ਹੀ ਬੈਠਾ ਹੈ। ਤਾਂ ਹੀ ਕਹਿੰਦੇ ਨੇ ਜੀ ਉਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੇ ਰਹਿ ਸਮਾਏ। ਉਹ ਸਭ ਦੇ ਅੰਦਰ ਹੀ ਬੈਠਾ ਹੈ ਨਾ ਜੀ। ਤੇ ਉਹ ਇਹ ਖੇਡ ਹੈ ਵੀ ਉਹ ਅਸੀਂ ਉਹ ਦ੍ਰਿਸ਼ਟਾ ਨੂੰ ਫੜੀਏ ਕਿ ਵੀ ਉਹ ਕੌਣ ਦੇਖ ਰਿਹਾ ਹੈ, ਮੈਂ ਕੌਣ ਹਾਂ, ਉਹ ਕੌਣ ਦੇਖ ਰਿਹਾ ਜੋ ਸਾਰੇ ਇਸ ਦ੍ਰਿਸ਼ ਨੂੰ ਦੇਖ ਰਿਹਾ। ਅਸੀਂ ਕੋਈ ਮਤਲਬ ਦ੍ਰਿਸ਼ ਨੂੰ ਪੈ ਗਏ ਜਾਂ ਸਾਰੀ ਦੁਨੀਆ ਦ੍ਰਿਸ਼ 'ਚ ਪਈ ਹੈ। ਕੋਈ ਮੰਦਿਰਾਂ ਨੂੰ ਭੱਜਿਆ ਜਾਂਦਾ ਹੈ, ਕੋਈ ਗੁਰਦੁਆਰਿਆਂ ਨੂੰ ਭੱਜਿਆ ਜਾਂਦਾ ਹੈ ਨਾ ਜੀ, ਕੋਈ ਚਰਚਾ 'ਚ ਭੱਜਿਆ ਜਾਂਦਾ, ਕੋਈ ਹੋਰ ਨਹੀਂ ਤਾਂ ਵਿਚਾਰਾਂ ਦੇ ਵਿੱਚ ਉਹ ਲੱਭਦਾ ਫਿਰਦਾ, ਉੱਥੇ ਬਣਾਈ ਜਾਂਦਾ ਇਮੈਜੀਨੇਸ਼ਨਾਂ 'ਚ ਕਿ ਜੀ ਇਹੋ ਜਿਹਾ ਹੈਗਾ ਰੱਬ। ਉਹ ਨਹੀਂ, ਉਹ ਤਾਂ ਤੁਹਾਡੇ ਸਾਹਮਣੇ ਹੀ ਜੋ ਵੀ ਹੈ ਉਹ ਦ੍ਰਿਸ਼ਟਾ, ਉਹ ਤੇਰੇ ਅੰਦਰ ਹੀ ਹੈ, ਉਹ ਜੋ ਤੂੰ ਹੀ ਹੈਗਾ। ਮਨ ਦੇਖੋ ਉਹ ਤੇਰੇ ਅੰਦਰ ਹੀ ਹੈ ਬਸ। ਹਾਂ, ਉਹ ਜਿੱਦਾਂ ਨਾ ਜੀ ਇਹ ਦਰਖਤ ਵਰਗਾ ਇੱਕ ਸਰੀਰ ਹੈ ਇੱਕ, ਤੇ ਉਹਦੇ ਟਹਿਣੀਆਂ ਜਿਹੜੀਆਂ ਦੋ ਨੇ, ਇੱਕ ਥੱਲੇ ਵਾਲੀ ਟਹਿਣੀ ਤੇ ਇੱਕ ਛੋਟਾ ਬੈਠਾ, ਉਹ ਮਨ ਜਿਹੜਾ ਟਪੂਸੀਆਂ ਮਾਰ ਰਿਹਾ। ਤੁਹਾਡਾ ਨਾ ਨੈਟ ਵਧੀਆ ਨਹੀਂ ਹੈ। ਬੈਠਾ ਹੋਇਆ ਨਾ ਨਾਲ ਇੱਕ ਸੁਣ ਸੁਣਨ ਬਾਹਰ ਸੁਣਨ ਤੁਹਾਡੀ ਆਵਾਜ਼ ਕਲੀਅਰ ਨਹੀਂ ਹੈ ਜੀ, ਨੈਟ ਵਧੀਆ ਨਹੀਂ ਹੈ। ਦੁਬਾਰਾ ਲਿੰਕ ਕਰੋ ਪਲੀਜ਼। ਨਹੀਂ ਦੁਬਾਰਾ ਨਹੀਂ, ਇਹਨਾਂ ਦਾ ਨਾ ਜਿਹੜਾ ਮਾਈਕ ਇੱਧਰ ਦੂਜੇ ਪਾਸੇ ਆਉਣਾ ਥੋੜਾ ਜਿਹਾ। ਹਾਂਜੀ ਕੋਈ ਨਹੀਂ, ਸੌਰੀ। ਹਾਂਜੀ ਨਹੀਂ, ਮਾਈਕ ਤਾਂ ਮੈਂ ਠੀਕ ਲਗਾ ਲਿਆ। ਹੁਣ ਠੀਕ ਹੈ ਜੀ, ਦੇਖ ਲਓ ਹੁਣ ਠੀਕ ਹੈ ਵੀ। ਹਾਂ ਦੇਖਿਓ ਕਰਿਓ ਹੁਣ ਠੀਕ ਹੈ। ਹਾਂ ਅੱਛਾ ਜੀ। ਤੇ ਉਹ ਬਸ ਜੋ ਅੰਤਰ ਸੁਣਨ ਬਾਹਰ ਸੁਣਨ ਤ੍ਰਿਭਵਨ ਸੁਣਨ ਹੈ ਨਾ ਜੀ, ਤੇ ਉਹ ਸਾਰਾ ਕੁਛ ਉਹ ਅੰਦਰ ਹੀ ਹੈ ਤੁਹਾਡੇ ਸਾਰਾ। ਚਲੋ ਅੱਗੇ। ਹਾਂਜੀ ਇਹ ਜਿਹੜਾ ਨਾ ਐਕਚੁਅਲੀ ਜਿਹੜਾ ਹੈਗਾ ਆਪਾਂ ਨੇ ਛੇਕ ਬੰਦ ਕਿਵੇਂ ਹੋਣੇ ਆ, ਇਹ ਛੇਕ ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਵਿੱਚ ਆਪਾਂ ਗਤੀ ਕਰ ਰਹੇ। ਛੇਕ ਬੰਦ ਹੋਣੇ ਆ, ਮਨ ਨੂੰ ਫੜਨਾ ਪੈਣਾ ਹੈ। ਇਹਨਾਂ ਨੂੰ ਛੇਕਾਂ ਨੂੰ ਨਹੀਂ ਆਪਾਂ ਨਹੀਂ ਕੁਛ ਕਰ ਸਕਦੇ। ਮਨ ਜਿਹੜਾ ਹੈਗਾ ਮਨ ਦੇ ਉੱਤੇ ਹੀ ਵਰਕਆਊਟ ਕਰਨਾ। ਇਹ ਸਿੰਬੋਲਿਕ ਹੈ ਨਾ ਜੀ, ਅਸਲੀ ਖੇਡ ਤਾਂ ਮਨ ਦੀ ਹੈ। ਬਿਲਕੁਲ ਮਨ ਨੂੰ ਵਿਚਾਰਾਂ ਤੋਂ ਮਤਲਬ ਜਿਹੜਾ ਉਹਨੂੰ ਜਿੱਧਰ ਜੇ ਪੁਰਾਣੇ ਇਕੱਠੇ ਕਰੀ ਜਾ ਰਿਹਾ, ਕੋਈ ਫਿਊਚਰ ਦੀਆਂ ਚ ਤੁਰਿਆ ਫਿਰਦਾ ਹੈ ਜਾਂ ਪਿੱਛੇ ਤੁਰਿਆ ਫਿਰਦਾ ਹੈ, ਉਹਨੂੰ ਬਸ ਉਸ ਪਾਸਿਓਂ ਉਹਨੂੰ ਫੜਨਾ ਬਸ ਮਨ ਨੂੰ, ਉਹਨੇ ਭਗਤੀ ਕਰਨੀ ਹੈ। ਬਿਲਕੁਲ ਮਨ ਉਹਨੇ ਮਰਨਾ। ਹਾਂ ਹਾਂਜੀ। ਕਬੀਰ ਹਾਡ ਜਰੇ ਜਿਉਂ ਲਾਕਰੀ ਕੇਸ ਜਰੇ ਜਿਉਂ ਘਾਸ।
ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਹੁਣ ਇਹ ਕਬੀਰ ਜੀ ਦੱਸ ਰਹੇ ਭਾਈ ਕਿ ਪਿਆਰਿਆ, ਜੋ ਕੁਛ ਤੂੰ ਸਮਝ ਰਿਹਾ ਤੂੰ ਹੈਗਾ ਆ, ਇਹ ਸਰੀਰ ਨੂੰ ਸਮਝ ਰਿਹਾ ਤੂੰ ਹੈਗਾ ਆ, ਤੂੰ ਇਹ ਸਰੀਰ ਹੈਗਾ ਆ, ਇਹ ਤਾਂ ਪਿਆਰਿਆ ਹੱਡੀਆਂ ਜਿਹੜੀਆਂ ਹੈਗੀਆਂ ਇਹ ਤਾਂ ਲੱਕੜੀ ਵਾਂਗੂ ਸੜ ਜਾਣੀਆਂ ਆ, ਅਤੇ ਕੇਸ ਤੇਰੇ ਜਿਹੜੇ ਆ ਘਾਹ ਵਾਂਗੂ ਸੜ ਜਾਣੇ ਆ, ਅਤੇ ਦੁਨੀਆ ਸਾਰੀ ਜਿਹੜੀ ਹੈਗੀ ਆ ਇਹਦੇ 'ਚੋਂ ਥਿਰ ਕੋਈ ਵੀ ਨਹੀਂ ਆ, ਜੋ ਦਿਸ ਰਿਹਾ ਆ ਸਾਰੇ ਦੇ ਸਾਰੇ ਨਾਸ ਹੋ ਜਾਣੇ ਆ, ਅਤੇ ਤੂੰ ਇਹ ਸਰੀਰ ਥੋੜ੍ਹੀ ਨਾ ਹੈਗਾ ਹੈ। ਕਬੀਰ ਜੀ ਕਹਿੰਦੇ ਮੇਰਾ ਤਾਂ ਸਰੀਰ ਦਾ ਮੋਹ ਹੀ ਟੁੱਟ ਗਿਆ, ਕਹਿੰਦੇ ਇਸ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਬਈ ਮੈਂ ਕੌਣ ਆ? ਕਬੀਰ ਜੀ ਕਹਿੰਦੇ ਮੈਂ ਤਾਂ ਅੰਦਰ ਵੜਿਆ ਆਪਣੇ, ਇਹ ਸਰੀਰ ਦਾ ਮੋਹ ਜਿਹੜਾ ਹੈਗਾ, ਜਦ ਤੱਕ ਸਰੀਰ ਦਾ ਮੋਹ ਹੈਗਾ ਤਦ ਤੱਕ ਜਿਹੜਾ ਹੈਗਾ ਆਪਾਂ ਨੂੰ ਅੰਦਰ ਵੜਨਾ ਮੁਸ਼ਕਿਲ ਹੋਣਾ, ਤਦ ਤੱਕ ਵਿਚਾਰ ਹੈਗੇ ਆ, ਤਦ ਤੱਕ ਸਵਾਦ ਹੈਗੇ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਠੀਕ ਹੈ, ਬਿਲਕੁਲ ਜੀ। ਕਬੀਰ ਸਾਹਿਬ ਕਹਿ ਰਹੇ ਕਿ ਵੀ ਜਿਹੜਾ ਜਦੋਂ ਉਹ ਜਿੱਦਾਂ ਮਤਲਬ ਜਦੋਂ ਸਰੀਰ ਨੇ ਮਰਨਾ ਹੈ, ਉਹਨੇ ਸਾਡਾ ਪਤਾ ਹੀ ਹੈ, ਦਿਖ ਰਿਹਾ ਮੈਨੂੰ, ਅੱਗੇ ਨਜ਼ਰ ਆਉਣ ਲੱਗ ਗਿਆ। ਕਬੀਰ ਸਾਹਿਬ ਕਹਿੰਦੇ ਮੈਨੂੰ ਨਜ਼ਰ ਆ ਰਿਹਾ ਹੈ ਕਿ ਮੇਰਾ ਸਰੀਰ ਇੱਥੇ ਜਲ ਰਿਹਾ, ਏਦਾਂ ਜਲ ਰਿਹਾ ਕਿ ਵੀ ਉਹ ਜਿੱਦਾਂ ਲੱਕੜੀ ਜਲ ਰਹੀ ਹੈ ਤੇ ਕੇਸ ਮਤਲਬ ਜਿਵੇਂ ਸਰੀਰ ਜਿਵੇਂ ਲੱਕੜਾਂ ਜਲ ਰਹੀਆਂ ਨੇ, ਹੱਡੀਆਂ ਜਿਹੜੀਆਂ, ਤੇ ਜਿਹੜਾ ਮੇਰੇ ਕੇਸ ਹੈਗੇ ਆ ਉਹ ਜਿੱਦਾਂ ਘਾਹ ਦੇ ਪੁੱਲੇ ਹੁੰਦੇ ਨਾ ਜੀ, ਉਦਾਂ ਦਾ ਮਤਲਬ ਘਾਹ ਵੀ ਉਹ ਸੜਦੇ ਆ ਤੇ ਉਹ ਸੜ ਰਹੇ ਆ। ਉਹ ਕਹਿੰਦੇ ਜਦੋਂ ਮੈਂ ਸਾਰਾ ਦੇਖਿਆ ਤੇ ਫਿਰ ਮੇਰਾ ਉਪਰਾਮ ਹੋ ਗਿਆ। ਮੈਂ ਉਦਾਸ ਮੀਨਸ ਉਪਰਾਮ, ਉਦਾਸ ਮੀਨਸ ਨਿਰਾਸ਼ ਨਹੀਂ, ਉਦਾਸ ਮੀਨਸ ਮੈਂ ਦੇਖ ਕੇ ਉਪਰਾਮ ਹੋ ਗਿਆ ਵੀ ਇਹ ਕੀ ਹੋ ਰਿਹਾ, ਮੈਂ ਕਿੱਧਰਲੇ ਰਸਤੇ ਤੇ ਚੱਲਿਆ ਸੀ ਤੇ ਮੈਨੂੰ ਉੱਥੋਂ ਮੈਂ ਇਸ ਰਸਤੇ ਨੂੰ ਮੈਂ ਫੜ ਲਿਆ, ਫਿਰ ਇਹ ਧਿਆਨ ਸਿਮਰਨ ਵਾਲੇ ਨੂੰ। ਫਿਰ ਜਦ ਮੈਨੂੰ ਪਤਾ ਲੱਗ ਗਿਆ, ਜਦੋਂ ਪਤਾ ਹੀ ਤਾਂ ਖੇਡ ਇਹੀ ਤਾਂ ਖੇਲ ਹੈ ਜੀ ਆਪਣੀ, ਹਨਾ, ਵੀ ਸਾਨੂੰ ਪਤਾ ਲੱਗ ਜਾਵੇ ਬਸ ਵੀ ਅਸੀਂ ਗਲਤ ਰਸਤੇ ਗਲਤ ਡਾਇਰੈਕਸ਼ਨ 'ਚ ਚੱਲੇ ਹੋਏ ਆ। ਤੇ ਜਦੋਂ ਇਹਨੇ ਮੈਨੂੰ ਪਤਾ ਲੱਗਿਆ ਤੇ ਮੈਂ ਉਦਾਸ ਹੋ ਗਿਆ ਤੇ ਮੈਂ ਉਹ ਉਪਰਾਮ ਹੋ ਗਿਆ, ਮੀਨਸ ਮੈਂ ਉਹਦੇ ਸਰੀਰ ਦਾ ਮੋਹ ਟੁੱਟ ਗਿਆ। ਮੈਂ ਫਿਰ ਆਪਣੀ ਉਸ ਡਾਇਰੈਕਸ਼ਨ ਵੱਲ ਚੱਲਿਆ ਕਿ ਵੀ ਮੈਂ ਕੌਣ ਹੈ ਨਾ ਜੀ। ਜਿਹੜੇ ਫਿਰ ਜਾ ਕੇ ਉਹਨਾਂ ਨੂੰ ਸੋਚੀ, ਮਤਲਬ ਉਸ ਧਿਆਨ ਦੇ ਉਸ ਰਸਤੇ ਤੇ ਚੱਲ ਪਏ ਬਸ। ਤੇ ਫਿਰ ਉਹ ਕਹਿੰਦੇ ਵੀ ਤਾਂ ਹੀ ਇਸੇ ਕਰਕੇ ਵੀ ਕਬੀਰ ਸਾਹਿਬ ਕਹਿੰਦੇ ਮੈਂ ਉਦਾਸ ਹੋ ਗਿਆ, ਉਸ ਤੋਂ ਦੇਖ ਕੇ ਉਪਰਾਮ ਹੋ ਗਿਆ, ਮੈਨੂੰ ਮੋਹ ਨਹੀਂ ਰਿਹਾ ਸਰੀਰ ਦਾ। ਮੈਂ ਆਪਣੀ ਉਸ ਖੋਜ ਤੇ ਨਿਕਲ ਪਿਆ ਕਿ ਮੈਂ ਕਰਨ ਕੀ ਆਇਆ ਇਸ ਦੁਨੀਆ 'ਚ, ਮੇਰਾ ਪਰਪਸ ਕੀ ਹੈ, ਮੈਂ ਕੀ ਕਰਨਾ ਹੈ ਇੱਥੇ। ਉਹ ਪਤਾ ਹੀ ਹੈ ਕਿ ਸਾਰਾ ਦੱਸ ਰਹੇ ਨੇ ਅੱਗੇ ਕਿ ਵੀ ਭਗਤੀ 'ਚ ਸਾਰਾ ਹੈ। ਉਹ ਜੋ ਜਿੰਨੇ ਵੀ ਪਦਾਰਥ ਹੈਗੇ ਦੁਨੀਆ ਦੇ ਸਾਰੇ ਪਦਾਰਥ ਜਿਹੜੇ ਹੈਗੇ ਇਹ ਸਰੀਰ ਹੀ ਭੋਗ ਸਕਦਾ ਹੈ, ਸਰੀਰ ਦੇ ਦੁਆਰਾ ਹੀ, ਸਰੀਰ ਦੇ ਵਾਸਤੇ ਹੀ ਹੈ, ਸਰੀਰ ਦੇ ਦੁਆਰਾ ਹੀ ਭੋਗੇ ਜਾ ਸਕਦੇ ਆ। ਅਤੇ ਕਬੀਰ ਜੀ ਕਹਿੰਦੇ ਕਿ ਜਦ ਇਹ ਸਰੀਰ ਜਿਹੜਾ ਹੈਗਾ ਇਹੀ ਨਾਸਵਾਨ ਹੈਗਾ ਅਤੇ ਮੈਂ ਪਦਾਰਥਾਂ ਨੂੰ ਭੋਗ ਕੇ ਕੀ ਕਰ ਲੈਣਾ ਹੈ। ਮੇਰੀ ਤ੍ਰਿਪਤੀ ਤਾਂ ਹੁੰਦੀ ਨਹੀਂ ਹੈ, ਤ੍ਰਿਪਤੀ ਨਹੀਂ ਹੁੰਦੀ ਔਰ ਕੋਈ ਪ੍ਰਾਪਤੀ ਨਹੀਂ ਹੁੰਦੀ। ਹਾਂਜੀ ਬਲਵਿੰਦਰ ਕੌਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਹਾਂਜੀ ਵੀਰ ਜੀ, ਮੈਂ ਅਸੀਂ ਆਪਣੇ ਇੰਨੇ ਕੁ ਉਹ ਹੋਏ ਪਏ ਆ ਸਰੀਰ ਦੇ ਵਿੱਚ ਹੀ, ਇਹਨੂੰ ਹੀ ਆਪਾਂ ਨੇ ਪੂਰਾ ਇਹ ਸਮਝਿਆ ਵੀ ਮੈਂ ਹੀ ਕਰ ਰਿਹਾ, ਇਹ ਸਰੀਰ ਹੀ ਕਰ ਰਿਹਾ, ਪਰ ਨਹੀਂ, ਇਹ ਤੋਂ ਬਿਨਾਂ ਵੀ ਕੋਈ ਹੋਰ ਕਰ ਰਿਹਾ। ਕਬੀਰ ਸਾਹਿਬ ਨੂੰ ਜਦੋਂ ਉਹਨਾਂ ਨੇ ਦੇਖਿਆ, ਜਿਵੇਂ ਮੰਨ ਲਓ ਕਿ ਆਪਾਂ ਵੀ ਕਦੋਂ ਜਾਂਦੇ ਆ ਕਿਤੇ ਗਏ ਆ, ਮੈਂ ਪਹਿਲਾਂ ਨਹੀਂ ਪਤਾ ਸੀ, ਚਲੋ ਚਲੇ ਗਏ ਜੀ, ਸੰਸਕਾਰ ਕਰਿਆ ਇਹ ਸਾਰਾ, ਜਦੋਂ ਉਸ ਨੂੰ ਪਏ ਹੋਏ ਨੂੰ ਕੋਈ ਇਹੋ ਜਿਹਾ ਨਿੱਜੀ ਸੀਗਾ ਆਪਣੇ ਪਰਿਵਾਰ ਦੇ ਵਿੱਚੋਂ ਕੋਈ, ਤੇ ਜਦੋਂ ਦੇਖਿਆ ਮੈਂ, ਦੇਖੋ ਕਿੰਨੀ ਮੈਂ ਦੇ ਵਿੱਚ ਸੀ, ਕਿੰਨਾ ਮੈਂ ਆਏ ਕਰੂੰ, ਮੇਰੇ ਬਿਨਾਂ ਘਰ ਨਹੀਂ ਚੱਲਣਾ, ਮੇਰੇ ਬਿਨਾਂ ਆਏ ਨਹੀਂ। ਅਜੇ ਇਨਸਾਨ ਪਿਆ, ਇਹ ਤਾਂ ਕੁਛ ਵੀ ਨਹੀਂ ਹੁੰਦਾ ਹੈਗਾ। ਇਹਦੇ ਵਿੱਚ ਕੌਣ ਆ? ਇਹ ਉਹਨੂੰ ਮਹਿਸੂਸ, ਅਸੀਂ ਉਹ ਅੰਦਰਲੇ ਨੂੰ ਮਹਿਸੂਸ ਕਰੋ ਵੀ ਅਸੀਂ ਜਿੰਦਾ ਬੈਠਣਾ ਜਿੱਥੇ ਜਾ ਕੇ, ਅਸੀਂ ਹਮੇਸ਼ਾ ਹੀ ਜਿੰਦਾ ਰਹਿਣਾ ਜਿੱਥੇ, ਉਸ ਨੂੰ ਪਕੜ ਕਰਨੀ ਆ, ਅੰਦਰ ਬਣਨਾ ਪੈਣਾ। ਜੋ ਜਿੱਥੇ ਮਰਜੀ ਭੱਜ ਲਓ, ਚਾਹੇ ਅਮੀਰ ਬਣ ਜਾਓ ਚਾਹੇ ਗਰੀਬ ਬਣ ਜਾਓ, ਪਰ ਅੰਦਰ ਬੈਠੇ ਬਿਨਾਂ ਖੇਡ ਬਣਨੀ ਨੀ ਗੀ। ਤੇ ਅੰਦਰ ਮੈਂ ਕੌਣ ਆ ਉਹਦੀ ਪਰਖ ਕਰਨੀ ਪੈਣੀ ਆ ਸਾਨੂੰ। ਬਿਲਕੁਲ, ਕਿਉਂਕਿ ਇਹ ਮੰਦਿਰ ਬਣ ਗਿਆ ਆਪਣਾ, ਤਿਆਰ ਹੋ ਗਿਆ ਮੰਦਿਰ। ਇਹ ਮੰਦਿਰ ਦੇ ਵਿੱਚ ਆਪ ਬੈਠ ਗਿਆ, ਉਹ ਕਹਿੰਦਾ ਮੈਨੂੰ ਲੱਭ ਲਓ ਵਿੱਚ। ਉਹ ਤਾਂ ਕਹਿੰਦੇ ਜੀ ਦੀਵਾ ਵੀ ਅੰਦਰ ਹੀ ਹੈ, ਬਾਤੀ ਵੀ ਅੰਦਰ ਹੈ, ਤੇਲ ਵੀ ਅੰਦਰ ਹੈ, ਤੇ ਹੁਣ ਮਾਚਿਸ ਤੇਰੇ ਹੱਥ 'ਚ ਤੂੰ ਜਲਾਣੀ ਹੈ ਤਾਂ ਜਲਾ ਲੈ, ਨਹੀਂ ਤਾਂ ਪਿਆ ਬੈਠਾ। ਗੁਰਦੁਆਰਾ ਤਿਆਰ ਹੁੰਦਾ, ਆਪਾਂ ਬਾਹਰੋਂ ਤਿਆਰ ਪਹਿਲਾਂ ਤਾਂ ਹੀ ਜਾ ਕੇ ਬਹਿ ਜਾਂਦੇ ਵਿੱਚ ਆਪਾਂ, ਤੇ ਪਹਿਲਾਂ ਮੰਦਿਰ ਤਿਆਰ ਹੁੰਦਾ, ਗੁਰਦੁਆਰਾ ਤਿਆਰ ਹੁੰਦਾ, ਫਿਰ ਉਹਦੇ ਵਿੱਚ
ਆਪਣੇ ਮਹਾਰਾਜ ਦੇ ਸਰੂਪ ਹੁੰਦੇ ਨੇ ਜਾਂ ਮੂਰਤੀ ਧਰੀ ਜਾਂਦੀ ਹੈ, ਫਿਰ ਜਾਂਦੇ ਨੇ ਲੋਕ, ਫਿਰ ਮੱਥਾ, ਫਿਰ ਉਸੇ ਮੰਦਿਰ ਨੂੰ, ਉਹੀ ਸਰੀਰ ਪਰਮਾਤਮਾ ਨੇ ਆਪਣਾ ਇਹ ਮੰਦਿਰ, ਸੁੰਦਰ ਮੰਦਿਰ ਬਣਾਤਾ ਇਹ, ਫਿਰ ਉਹ ਵਿੱਚ ਪ੍ਰਗਟ ਹੋ ਗਿਆ ਤੇ ਫਿਰ ਉਹਨੇ ਖੇਡ ਪਾਤੀ ਵੀ ਤੁਸੀਂ ਲੱਭੋ ਇਹਨੂੰ। ਤੁਸੀਂ ਲੱਭਣਾ ਕਿਵੇਂ ਆ? ਅਸੀਂ ਮੇਰਾ ਮਨ ਐ ਤੁਰਿਆ ਫਿਰਦਾ ਵੀ ਮੈਂ ਸੋਹਣਾ, ਜਿਹੜਾ ਸੰਸਕਾਰਾਂ ਦੀ ਮੈਲ ਲੱਗੇ ਬੈਠਾ ਫਿਰਦਾ, ਮੈਂ ਇੰਨਾ ਹੰਕਾਰ ਚ ਤੁਰਿਆ ਫਿਰਦਾ ਵੀ ਮੇਰੇ ਤੋਂ ਬਿਨਾਂ ਤਾਂ ਕੋਈ ਸੋਹਣਾ ਨਹੀਂ, ਮੇਰੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੋ ਸਕਦਾ, ਮੇਰੇ ਤੋਂ ਬਿਨਾਂ ਇਸੇ ਉਹਦੇ ਵਿੱਚ ਤੁਰੇ ਫਿਰਦੇ ਆ ਅਸੀਂ। ਬਸ ਆਹੀ ਖੇਡ ਆ। ਇਹ ਤਾਂ ਅੰਦਰ ਬਣਨ ਦੀ ਆਪਾਂ ਸੋਚਦੇ ਨਹੀਂ, ਬਾਹਰਲੇ ਵਿਖਾਵੇ, ਬਾਹਰਲੀਆਂ ਚੀਜ਼ਾਂ, ਬਾਹਰਲਾ, ਕਿਉਂਕਿ ਦਿਨੋਂ ਦਿਨ ਆਪਣੇ ਅੰਦਰਲੀਆਂ ਕਾਮ ਵਾਸ਼ਨਾਵਾਂ, ਕਾਮਨਾਵਾਂ ਉਹ ਪ੍ਰਫੁੱਲਤ ਹੋਈ ਜਾਂਦੀਆਂ ਤੇ ਸਾਡਾ ਸਰੀਰ ਬੁੱਢਾ ਹੋਈ ਜਾ ਰਿਹਾ ਤੇ ਸਾਨੂੰ ਸਮਝ ਹੀ ਨਹੀਂ ਲੱਗ ਰਹੀ ਹੈਗੀ ਵੀ ਉਹ ਜਵਾਨ ਹੋ ਰਹੇ ਨੇ। ਜਦੋਂ ਅਸੀਂ ਬੁੱਢੇ ਵੀ ਹੋ ਜਾਂਦੇ ਤਾਂ ਵੀ ਸਾਡੀ ਕਾਮਨਾਵਾਂ ਸਾਡੀਆਂ ਪੂਰੀਆਂ ਜਵਾਨ ਰਹਿੰਦੀਆਂ ਨੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਕਿਉਂਕਿ ਉਹ ਅਸੀਂ ਸਾਡੀਆਂ ਬੇੜੀ ਦੇ ਵਿੱਚ ਪਾਣੀ ਪਈ ਜਾਂਦਾ, ਲਾਲਚ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਇਹ ਸਾਰਾ ਅਸੀਂ ਬੇੜੀ ਨੂੰ ਭਰੀ ਜਾਂਦੇ ਆ, ਸਰਾਖ ਹੋਈ ਜਾਂਦੇ ਨੇ। ਜਿਉਂ ਜਿਉਂ ਜਵਾਨ ਹੋਈ ਜਾਂਦੇ ਆ, ਪਹਿਲਾਂ ਬਚਪਨ ਦੇ ਵਿੱਚ ਇੰਨਾ ਕੋਈ ਮਤਲਬ ਨਹੀਂ, ਜਿਉਂ ਬਸ ਗਤੀ ਵਧੀ ਜਾਂਦੀ ਹੈ, ਜਿਉਂ ਬੇੜੀ ਦੇ ਵਿੱਚ ਸਰਾਖ ਹੋਈ ਜਾਂਦੇ ਨੇ, ਬਾਹਰ ਦੀ ਤਰ੍ਹਾਂ ਜਾਈ ਜਾਂਦੇ ਆ, ਅੰਦਰ ਨੂੰ ਜਾਂਦੇ ਹੀ ਨਹੀਂ ਅਸੀਂ। ਇੰਨੇ ਅਸੀਂ ਇਹਦੇ ਵਿੱਚ ਉਹ ਹੋਏ ਪਏ ਆ, ਰੂਹ ਕੰਬਦੀ ਆ। ਬਿਲਕੁਲ ਸਹੀ ਗੱਲ ਆ। ਅੱਗੇ ਕਬੀਰ ਜੀ ਕਹਿੰਦੇ ਜਿਹੜਾ ਸਰੀਰ ਹੈਗਾ ਤੇਰੇ ਕੋਲ, ਕਬੀਰ ਗਰਭ ਨਾ ਕੀਜੀਏ, ਚਾਮ ਲਪੇਟੇ ਹਾੜ। ਕਹਿੰਦੇ ਤੇਰੇ ਕੋਲ ਤੂੰ ਸਰੀਰ ਹੈ ਕੌਣ? ਤੂੰ ਕਹਿੰਦਾ ਮੈਂ ਸਰੀਰ ਹੈਗਾ, ਮੈਂ ਆਹ ਹੈਗਾ, ਫਲਾਨਾ ਹੈਗਾ, ਟਿਮਕਾ ਹੈਗਾ। ਤੂੰ ਆਪਣੇ ਆਪ ਨੂੰ ਅੰਦਰ ਦੇਖਿਆ ਕਦੀ ਕਿਸੇ ਦਾ ਕਿ ਬਸ ਇਸ ਸਰੀਰ ਤੇ ਇੰਨਾ ਕਮੰਡ ਕਰ ਰਿਹਾ ਆ? ਕਹਿੰਦੇ ਤੇਰੇ ਕੋਲ ਕੀ ਆ? ਤੇਰੇ ਕੋਲ ਤੇਰਾ ਮਾਸ ਹੈਗਾ, ਚਮੜੀ ਹੈਗੀ ਆ ਤੇ ਹੱਡੀਆਂ ਹੈਗੀਆਂ ਤੇ ਖੂਨ ਵਗੈਰਾ ਹੈਗਾ। ਇਸ ਤੋਂ ਇਲਾਵਾ ਹੈ ਕੀ ਚੀਜ਼ ਤੇਰਾ? ਇੱਕ ਥੈਲੀ ਦੇ ਵਿੱਚ ਜਿਹੜਾ ਹੈਗਾ ਆ ਜਾਣਾ ਹੈ ਗੰਦ। ਕਬੀਰ ਗਰਭ ਨਾ ਕੀਜੇ, ਇਹਦਾ ਕਾਹਦਾ ਗਰਭ ਕਰਨਾ ਹੈ? ਕਹਿੰਦੇ ਸਰੀਰ ਤੋਂ ਉੱਪਰ ਉੱਠ। ਕਬੀਰ ਗਰਭ ਨਾ ਕੀਜੀਏ, ਚਾਮ ਲਪੇਟੇ ਹਾੜ। ਹੱਡੀਆਂ ਨੂੰ ਚੰਮ ਨੇ ਲਪੇਟਿਆ ਹੋਇਆ ਬਸ। ਹੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾੜ। ਦੇਖ ਜਿਹੜੇ ਵੱਡੇ ਮਹਾਰਾਜੇ ਸੀਗੇ, ਜਿਹੜੇ ਹੈਗੇ ਹਾਥੀਆਂ ਦੇ ਉੱਤੇ, ਘੋੜਿਆਂ ਦੇ ਉੱਤੇ, ਹੈਵਰਾਂ ਦੇ ਉੱਤੇ, ਜਿਹੜੇ ਘੋੜੇ ਇਹਨਾਂ ਦੇ ਉੱਤੇ ਜਿਹੜੇ ਸੀਗੇ ਸਵਾਰ ਸੀਗੇ, ਤੇ ਛਤਰ ਜਿਹੜਾ ਉਹਨਾਂ ਦੇ ਉੱਤੇ ਛਤਰ ਹੁੰਦਾ ਸੀ, ਉਹਦੇ ਤਲ ਦੇ ਥੱਲੇ ਉਹ ਬੈਠਦੇ ਸੀਗੇ, ਉੱਪਰ ਛਤਰ ਹੁੰਦਾ ਸੀਗਾ ਉਹਨਾਂ ਦੇ। ਤੇ ਫੁਨ ਧਰਨੀ ਗਾੜ, ਉਹ ਜਿਹੜੇ ਹੈਗੇ ਹੁਣ ਦੇਖ ਲਾ ਉਹ ਕਿੱਥੇ ਹੈਗੇ ਪਾਏ, ਉਹ ਤਾਂ ਪਤਾ ਨਹੀਂ ਕਿੱਥੇ ਗੱਡ ਦਿੱਤੇ, ਉਹਨਾਂ ਦਾ ਤਾਂ ਨਾਮੋ ਨਿਸ਼ਾਨ ਹੈ ਨੀਗਾ। ਇਸ ਕਰਕੇ ਭਾਈ ਇਹ ਸਰੀਰ ਜਿਹੜਾ ਹੈਗਾ ਇਹ ਤੈਨੂੰ ਮਿਲਿਆ ਹੋਇਆ, ਕਿਸੇ ਕੰਮ ਦੇ ਵਾਸਤੇ ਮਿਲਿਆ ਹੋਇਆ ਹੈ, ਔਰ ਉਹ ਜਿਹੜਾ ਹੈਗਾ ਉਹ ਕੰਮ ਕਰ ਲਾ। ਸਰੀਰ ਨੂੰ ਨਾ ਖੜਾਈ ਪੜਾਈ ਜਾ, ਸਰੀਰ ਦੇ ਹੀ ਨਾ ਜਿਹੜਾ ਹੈਗਾ ਇਹਦੀਆਂ ਡਿਮਾਂਡਾਂ ਜਿਹੜੀਆਂ ਹੈਗੀਆਂ ਪੂਰੀ ਕਰੀ ਜਾ। ਹਾਂਜੀ ਉਹ ਦੇਖੋ ਜੀ, ਇਹ ਵੀ ਬੜਾ ਕਲੀਅਰ ਹੈ ਕਿ ਵੀ ਉਹ ਅਸੀਂ ਇਹਦਾ ਹੀ ਗਰਭ ਕਰੀ ਜਾਂਦੇ ਆ ਤੇ ਹੈ ਕਿ ਹੱਡੀਆਂ ਦੇ ਉੱਤੇ ਚੰਮ ਲਪੇਟਿਆ ਹੋਇਆ। ਇਹ ਸਰੀਰ ਨੂੰ ਅਸੀਂ ਸਮਝੀ ਬੈਠੇ ਵੀ ਇਹ ਸਾਡਾ ਸਰੀਰ ਹੈ, ਅਸੀਂ ਇਹ ਸਰੀਰ ਹੈਗੇ ਆ, ਜਦ ਕਿ ਇਹਦੇ ਉੱਪਰ ਹੈ ਸਾਰਾ ਕੁਛ। ਇੱਥੋਂ ਉੱਠੋਗੇ, ਸਰੀਰ ਤੋਂ ਉੱਠੋਗੇ ਮਨ ਤੇ, ਕਿਉਂਕਿ ਸਰੀਰ ਦੀਆਂ ਲੋੜਾਂ ਕੀ ਨੇ? ਉਹੀ ਜੋ ਖਾਣਾ ਪੀਣਾ, ਇਹਦੀਆਂ ਭੁੱਖ ਹੈ। ਮਨ ਦੀਆਂ ਲੋੜਾਂ ਵਿਚਾਰਾਂ ਚ ਉਲਝਦਾ, ਉਹਨਾਂ ਤੋਂ ਵੀ ਉੱਠੋ। ਉਹਨਾਂ ਤੋਂ ਉੱਠੋਗੇ ਤਾਂ ਫਿਰ ਉਹ ਤੀਜੀ ਧਿਰ, ਮਤਲਬ ਜਿਹੜੀ ਮਾਲਕ ਉੱਤੇ ਬੈਠਾ, ਤੁਹਾਡੇ ਨਾਲ ਹੀ ਬੈਠਾ, ਉਹ ਆਪ ਹੀ ਬੈਠਾ ਉਹ ਤੁਹਾਡੇ ਅੰਦਰ। ਤੇ ਉਹ ਇਸੇ ਕਰਕੇ ਤਾਂ ਆਪਾਂ ਇੱਕ ਉਹ ਕਥਾ ਆਉਂਦੀ ਹੈ ਨਾ ਜੀ, ਉਹ ਜਦੋਂ ਅਸ਼ਟਾਵਕਰ ਰਾਜਾ ਜਨਕ ਦੇ ਦਰਬਾਰ ਚ ਗਿਆ, ਉਹ ਤਾਂ ਗਿਆ ਕਿ ਉਹਦਾ ਪਿਓ ਹਾਰ ਰਿਹਾ ਸੀ, ਉਹਨੂੰ ਪਤਾ ਲੱਗਿਆ ਮੇਰਾ ਪਿਓ ਤਾਂ ਹਾਰ ਰਿਹਾ। ਉਹ ਪੰਡਿਤ ਬੁਲਾਏ ਸੀ ਉਹਨੇ, ਉਹ ਗਿਆਨ ਕਰਾਉਣ ਵਾਸਤੇ, ਤੇ ਉਹ ਬੜੇ ਵਿਦਵਾਨ ਬੁਲਾਏ ਸੀ, ਤੇ ਉਹਦਾ ਪਿਓ ਵੀ ਹਾਰ ਗਿਆ ਤੇ ਉਹਨੂੰ ਲੱਗਿਆ ਵੀ ਮੇਰਾ ਪਿਓ ਤਾਂ ਹਾਰ ਜਾਊਗਾ। ਉਹਨੇ ਕਿਹਾ 12 ਸਾਲ ਦਾ ਦੇਖੋ ਬੱਚਾ ਸੀ ਉਹ, ਤੇ ਆਪਾਂ ਨੂੰ ਪਤਾ ਹੀ ਆ ਉਹਦਾ ਸਰੀਰਕ ਦਸ਼ਾ ਕੀ ਸੀ, ਉਹਦੀ ਕਿਸ ਤਰ੍ਹਾਂ ਦਾ ਉਹਦਾ ਬਣਤਰ ਸੀ ਬੋਡੀ ਦੀ। ਤੇ ਜਦੋਂ ਰਾਜੇ ਜਨਕ ਦੇ ਦਰਬਾਰ ਚ ਪਹੁੰਚਦਾ ਹੈ ਤੇ ਉਹ ਰਾਜਾ ਜਨਕ ਵੀ ਹੱਸਦਾ ਤੇ ਉਹ ਪੰਡਿਤ ਸਾਰੇ ਹੱਸਣ ਲੱਗ ਜਾਂਦੇ ਆ, ਜਿੰਨੇ ਉਹ ਵੱਡੇ ਵਿਦਵਾਨ ਬੁਲਾਏ ਹੁੰਦੇ ਆ। ਤੇ ਵਿਦਵਾਨ ਬੁਲਾਏ ਹੱਸੀ ਜਾਂਦੇ ਤੇ ਨਾਲ ਹੀ ਹੱਸਣ ਲੱਗ ਜਾਂਦਾ ਇਹ ਆਪ ਵੀ ਅਸ਼ਟਾਵਕਰ ਦੇਖ ਕੇ ਉਹਨਾਂ ਨੂੰ। ਉਹ ਰਾਜਾ ਜਨਕ ਹੱਸਦਾ ਉਹਨੂੰ ਪੁੱਛਦਾ ਹੈ ਵੀ ਇਹ ਤਾਂ ਮੈਨੂੰ ਸਮਝ ਲੱਗ ਰਹੀ, ਅਸੀਂ ਤਾਂ ਚੱਲ ਜੋ ਹੱਸ ਰਹੇ ਹਾਂ, ਅਸੀਂ ਤਾਂ ਤੈਨੂੰ ਦੇਖ ਕੇ ਹੱਸ ਰਹੇ, ਤੂੰ ਕਿਉਂ ਹੱਸਿਆ? ਉਹ ਕਹਿੰਦਾ ਰਾਜਾ ਜਨਕ ਨੂੰ, ਉਹ ਕਹਿੰਦਾ ਸਾਰੇ ਚਮਾਰਾਂ ਦੀ ਸਭਾ ਚ ਬੈਠਾ ਤੂੰ, ਇਕੱਠੀ ਕਰੀ ਬੈਠਾ ਇਹ ਤਾਂ ਮੇਰੇ ਚਾਮਾਂ ਨੂੰ ਦੇਖੀ ਜਾਂਦੇ ਨੇ।
ਇਹ ਤਾਂ ਮੇਰੇ ਚਾਮਲ ਦੇਖੀ ਜਾਂਦੇ ਨੇ ਵੀ ਇਹ ਮੇਰੀ ਬਣਤਰ ਕਿੱਦਾਂ ਦੀ, ਇਹ ਕਿੱਦਾਂ, ਤੇ ਫਿਰ ਤੂੰ ਇਹਨਾਂ ਨੂੰ ਕਹਿੰਦੇ ਪੰਡਿਤ ਨੇ ਜੀ, ਇਹ ਕਾਹਦੇ ਪੰਡਿਤ ਨੇ ਜੀ? ਸੋ ਉਹ ਕਹਿਣ ਦਾ ਮਤਲਬ ਵੀ ਉਹ ਜਿਹੜੇ ਚੰਮ ਚ ਲਪੇਟੇ ਹੋਏ ਸਰੀਰ ਨੂੰ ਜੇ ਕੁਝ ਦੇਖੋਗੇ ਤੇ ਅੰਦਰ ਕੀ ਹੈ, ਉਹਨੂੰ ਗਿਆਨ ਕੀ ਹੈ? ਫਿਰ ਉਹ ਉਸ ਦਿਨ ਤਾਂ ਉਹਨੂੰ ਰਾਜੇ ਨੂੰ ਨੀਂਦ ਨਾ ਆਈ, ਅਗਲੇ ਦਿਨ ਉਹਨੇ ਜਾ ਕੇ ਤੇ ਪੈਰ ਫੜੇ ਵੀ ਤੂੰ ਗਿਆਨ ਕਰ, ਤੂੰ ਹੀ ਹੈ ਸਾਰਾ ਕੁਛ। ਮੈਨੂੰ ਤਾਂ ਹੁਣ ਸਮਝ ਲੱਗੀ ਹੈ ਵੀ ਅਸਲੀ ਤੂੰ ਕਿਹੜੇ ਮਤਲਬ ਅਸਲੀ ਬ੍ਰਹਮ ਗਿਆਨ ਤਾਂ ਤੇਰੇ ਕੋਲ ਹੈ। ਮੈਂ ਤਾਂ ਵਾਕਈ ਉਹ ਜਿਹੜੀ ਸਭਾ ਚ ਸਾਰੇ ਸੀ ਉਹ ਜਿਹੜੇ ਹੱਸ ਰਹੇ ਸੀ ਤੇਰੇ ਸਰੀਰ ਨੂੰ ਦੇਖ ਕੇ, ਉਹ ਤਾਂ ਵਾਕਈ ਚਮਾਰ ਸੀ। ਔਰ ਫਿਰ ਇਸ ਸ਼ਲੋਕ ਦੇ ਅੰਦਰ ਕਬੀਰ ਸਾਹਿਬ ਇਹੀ ਤਾਂ ਦੱਸ ਰਹੇ ਹੋ। ਉਹ ਕਹਿੰਦੇ ਵੀ ਉਹ ਇਹ ਜਿਹੜਾ ਚੰਮ ਦੇ ਵਿੱਚ ਲਪੇਟਿਆ ਹੋਇਆ ਸਰੀਰ ਹੈ, ਤੂੰ ਇਹਦੇ ਪਿੱਛੇ ਨਾ ਜਾ। ਕੋਈ ਕਹਿੰਦਾ ਤਾਂ ਵੱਡੇ ਵੱਡੇ ਤੂੰ ਚਾਹੇ ਜਿੰਨੇ ਵੱਡੇ ਦੇਖੋ, ਤੁਸੀਂ ਰਾਮ ਗਏ ਹੋ, ਰਾਵਣ ਗਏ ਹੋ, ਹਨਾ, ਜਾਗੋ ਬਹੁਤ ਪਰਿਵਾਰ ਹਨਾ ਜੀ, ਉਹ ਫਿਰ ਉਹ ਤਾਂ ਪੁਰਾਣੇ ਸਮਿਆਂ ਦੇ ਲਾ ਲਓ, ਕੰਸ ਰਾਜ ਵਰਗੇ ਦੇਖ ਲਓ, ਵੱਡੇ ਵੱਡੇ ਰਾਜੇ, ਤੇ ਉਹਨਾਂ ਦਾ ਹੰਕਾਰ ਲੁੱਟਿਆ। ਤੇ ਆਹ ਹੁਣ ਪ੍ਰੈਜ਼ੈਂਟਲੀ ਦੇਖ ਲਓ ਤੁਸੀਂ, ਕਿੰਨੇ ਪਿਛਲੀ ਸਦੀ ਦੇ ਵਿੱਚ ਜਿਹੜਾ ਹਿਟਲਰ ਹੋਇਆ, ਮੁਸੋਲੀਨੀ ਹੋਇਆ, ਹਨਾ ਜੀ, ਉਹ ਕਿੰਨੇ ਵੱਡੇ ਆ ਤੁਹਾਡੇ ਸਾਹਮਣੇ ਆ, ਜਿਹੜੇ ਸਦਾਮ ਹੁਸੈਨ ਹੋਇਆ, ਸਟਾਲਿਨ ਹੋਇਆ, ਕਿੰਨੇ ਵੱਡੇ ਮਤਲਬ ਹਾਂ, ਤੇ ਆ ਮਾਓ ਜੇ ਤੁੰਗ ਹੋਇਆ ਜਿਹੜਾ ਚਾਈਨਾ ਦਾ, ਕਈ ਲੱਖਾਂ ਕਰੋੜਾਂ ਬੰਦਿਆਂ ਦੇ ਕਾਤਲ ਨੇ ਉਹ ਰਹਿ ਗਏ ਕੋਈ? ਉਹ ਉਹਨਾਂ ਦਾ ਵੀ ਗਰਭ ਜਿਹੜਾ ਹੈਗਾ, ਉਹ ਹੰਕਾਰ ਹੈ ਜਿਹੜਾ, ਉਹ ਦਬ ਗਿਆ। ਬਿਲਕੁਲ ਸਮੇਂ ਦੇ ਨਾਲ ਸਮਾਂ ਬਹੁਤ ਬਲਵਾਨ ਹੈ, ਮਾਲਕ ਦੇ ਅੱਗੇ ਸਭ ਉਹਦਾ ਹੀ ਤਾਂ ਖੇਲ ਹੈ ਸਾਰਾ। ਉਹ ਨਹੀਂ ਸਮਝ ਪਾਏ, ਉਹ ਗਵਾ ਕੇ ਚਲੇ ਗਏ ਜੀਵਨ ਆਪਣਾ। ਬਿਲਕੁਲ ਹਾਂ। ਅੱਗੇ ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਹਵਾਸ। ਕਬੀਰ ਜੀ ਕਹਿੰਦੇ ਆ ਭਾਈ ਦੇਖ, ਤੇਰੇ ਕੋਲ ਜ਼ਿਆਦਾ ਚਾਰ ਪੈਸੇ ਹੈਗੇ, ਤੇਰੇ ਕੋਲ ਜ਼ਿਆਦਾ ਘਰ-ਬਾਰ ਵਧੀਆ ਘਰ ਹੈਗਾ, ਤੇ ਇਹਦਾ ਹੰਕਾਰ ਨਾ ਕਰ ਪਿਆਰਿਆ, ਤੂੰ ਆਪ ਹੀ ਇੱਥੋਂ ਉੱਠ ਜਾਣਾ ਹੈ। ਇਹਦਾ ਨਾਸ ਜਦੋਂ ਹੋਣਾ ਤੂੰ ਪਹਿਲਾਂ ਤੂੰ ਉੱਠ ਜਾਣਾ ਹੈ। ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਵੇਂ ਘਾਸ। ਕਹਿੰਦੇ ਦੇਖ, ਤੇਰਾ ਆਪਣਾ ਸਰੀਰ ਹੀ ਜਿਹੜਾ ਹੈਗਾ, ਇਹਨੇ ਤੈਨੂੰ ਜਾ ਕੇ ਕਬਰ 'ਚ ਪੈ ਜਾਣਾ ਹੈ ਭਾਈ, ਔਰ ਉੱਤੇ ਘਾਹ ਜੰਮ ਜਾਣਾ ਹੈ, ਤੇਰਾ ਪਤਾ ਹੀ ਨਹੀਂ, ਨਾਮੋ ਨਿਸ਼ਾਨ ਹੀ ਨਹੀਂ ਰਹਿਣਾ ਭਾਈ। ਔਰ ਫਿਰ ਜਿਹੜਾ ਹੈਗਾ ਤੂੰ ਜਿਹੜਾ ਜੂਨਾਂ ਦੇ ਵਿੱਚ ਘੁੰਮਦੇ ਫਿਰਨਾ ਹੈ। ਹਾਂਜੀ, ਬਿਲਕੁਲ ਸੈਲਫ ਐਕਸਪਲੇਨੇਟਰੀ ਹੈ ਜੀ, ਕਿ ਵੀ ਉਹ ਜਦੋਂ ਸਰੀਰ ਨੇ ਖਤਮ ਹੋਣਾ ਹੈ ਤੇ ਉਹ ਤਾਂ ਕਾਢੋ ਹੋਈ ਹੋ ਜਾਂਦੀ ਹੈ, ਤੇ ਉਹ ਲਿਜਾ ਕੇ ਉਹ ਕਿਸੇ ਨੇ ਦਬਾ ਦੇਣਾ ਕਬਰ 'ਚ, ਤੇ ਜਾਂ ਕੋਈ ਜਲਾ ਦੇਣਾ, ਤੇ ਉਹਦੇ ਉੱਤੇ ਜਿਹੜਾ ਬਾਅਦ ਦੇ ਵਿੱਚ ਮਿੱਟੀ ਨਾਲ ਥੱਲੋਂ ਕੀੜੇ ਮਕੌੜੇ ਮਾਈਕਰੋਬਸ ਪੈਦਾ ਹੋ ਜਾਣੇ ਆ, ਜੋ ਸਿਸਟਮ ਹੈ ਕੁਦਰਤ ਦਾ, ਉਹਦੇ ਚੋਂ ਫਿਰ ਉਹਦੇ ਉੱਤੇ ਆ ਕੇ ਕੁਦਰਤ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ। ਬਿਲਕੁਲ ਨੇਚਰ ਨੇ ਆਪਣਾ ਕੰਮ ਕਰ ਦੇਣਾ, ਤੇ ਘਾਹ ਜੰਮ ਜਾਣਾ ਬਸ। ਤੇ ਉਹ ਇਸ ਕਰਕੇ ਉਹ ਕਹਿੰਦੇ ਵੀ ਤੂੰ ਕਿਹੜੇ ਸਰੀਰ ਦਾ ਗਰਭ ਕਰੀ ਜਾਂਦਾ ਹੈ, ਤੂੰ ਜਾ ਜਿਹੜੇ ਉੱਚੇ ਵਿਦੇਖ ਮਕਾਨ ਵੱਡੇ ਵੱਡੇ ਜਿਹੜੇ ਤੂੰ ਸਮਝਦਾ ਫਿਰਦਾ ਹੈ। ਕਬੀਰ ਸਾਹਿਬ ਤਾਂ ਅੱਗੇ ਹੋਰ ਵੀ ਬੜੀ ਡਿਟੇਲ 'ਚ ਗਏ ਨੇ, ਉਦੋਂ ਕਿਹਾ ਉਹਨਾਂ ਨੇ ਕਿ ਵੀ ਐਸੇ ਘਰ ਹਮ ਬਹੁਤ ਬਸਾਏ, ਔਰ ਕਹਿੰਦੇ ਤੂੰ ਪਤਾ ਨੀ ਕਿੰਨੇ ਜਨਮਾਂ ਤੋਂ ਆਹੀ ਕੁਛ ਕਰਦਾ ਆ ਰਿਹਾ, ਪਤਾ ਨੀ ਕਿੰਨੀਆਂ ਕੋਠੀਆਂ ਬਣਾ ਕੇ ਛੱਡ ਕੇ ਆਇਆ ਹੋਇਆ। ਬਿਲਕੁਲ ਇਹਦਾ ਬਸ ਚੱਲੇ ਤਾਂ ਇਹ ਉਹਨਾਂ ਦੀ ਵੀ ਜਾ ਕੇ ਕਬਜ਼ੇ ਕਰ ਲਵੇ, ਜੇ ਉਹ ਠੀਕ ਦਿੱਤੀ ਹੈ, ਭੁਆਟਣੀ ਦਿੱਤੀ ਹੈ ਜੋ ਮਾਲਕ ਨੂੰ। ਜਿਹੜਾ ਬੰਦਾ ਏਦਾਂ ਹੰਕਾਰੀ ਗਰਭ ਦੇ ਵਿੱਚ ਵੀ ਕਿ ਮੇਰੇ 2 ਮਕਾਨ ਹੋ ਗਏ, ਮੇਰੇ 4 ਗੱਡੀਆਂ ਹੋ ਗਈਆਂ, ਮੇਰੇ ਕੋਲ ਫਲਾਣੀ ਚੀਜ਼ ਹੋ ਗਈ, ਇੰਨੇ ਗਰਭ 'ਚ ਤੁਰਿਆ ਜਾਂਦਾ, ਜਦ ਕਿ ਅਖੀਰ ਨੂੰ ਉਹ ਬਾਕੀ ਉਹ ਕਹਿੰਦੇ ਵੀ ਲੇਟਣਾ ਤੂੰ ਜ਼ਮੀਨ ਦੇ ਅੰਦਰ, ਉੱਤੇ ਤੇਰੇ ਘਾਹ ਹੀ ਜੰਮਣੀ ਹੈ ਉੱਥੇ। ਬਿਲਕੁਲ। ਇਸ ਤੋਂ ਅੱਗੇ ਕਬੀਰ ਗਰਭ ਨਾ ਕੀਜੀਏ ਰੰਕ ਨਾ ਹਸੀਏ ਕੋਏ, ਅਜੋ ਹੋ ਸੋ ਨਾਓ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਕਬੀਰ ਜੀ ਕਹਿੰਦੇ ਆ ਭਾਈ ਦੇਖ, ਤੂੰ ਆਪਣੀ ਧਨ ਦੌਲਤ ਦਾ, ਆਪਣੇ ਸਰੀਰ ਦਾ, ਆਪਣੇ ਪਰਿਵਾਰ ਦਾ ਗਰਭ ਨਾ ਕਰ ਪਾਈ, ਤੇ ਆਪਣੀ ਜਿਹੜੀ ਹੈਗੀ, ਜਿਹੜੇ ਹੈਗੇ ਧਿਆਨ ਸਿਮਰਨ ਰੱਬ ਦੇ ਰਸਤੇ ਤੇ ਜਾ ਰਹੇ ਹਾਂ, ਤੇ ਭਾਈ ਇਸ ਭਗਤੀ ਦਾ ਵੀ ਹੰਕਾਰ ਨਾ ਕਰੀਏ ਬਈ ਸਾਨੂੰ ਜਿਹੜਾ ਹੈਗਾ ਅਸੀਂ ਤਾਂ ਦੇਖੋ ਜੀ, ਆਹ ਤਾਂ ਦੇਖੋ ਐਵੇਂ ਕਿਵੇਂ ਜਿਹੜੇ ਮਾਇਆ ਦੇ ਵਿੱਚ ਜਿਹੜੇ ਹੈਗੇ, ਸਵਾਦਾਂ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਇਹ ਕਰ ਰਹੇ। ਕਹਿੰਦੇ ਹਾਲੇ ਕੋਈ ਪਤਾ ਨਹੀਂ ਹੈ ਭਾਈ, ਕੀ ਪਤਾ ਕੀ ਹੋ ਜਾਣਾ ਹੈ ਭਾਈ, ਕਿਹੜੇ ਪਾਸੇ ਨੂੰ ਤੇਰੀ ਜਿਹੜੀ ਹੈਗੀ ਤੇਰੀ ਨਾਵ ਕਿਹੜੇ ਪਾਸੇ ਨੂੰ ਤੁਰ ਪੈਣੀ ਹੈ। ਕਬੀਰ ਗਰਭ ਨਾ ਕੀਜੀਏ ਰੰਕ ਨਾ ਹਸੀਏ ਕੋਏ। ਕਹਿੰਦੇ ਦੇਖ, ਦੂਸਰੇ ਨੂੰ ਦੇਖ ਕੇ ਜਿਹੜਾ ਹੈਗਾ, ਗਰੀਬ ਨੂੰ ਦੇਖ ਕੇ ਜਾਂ ਜਿਹੜੇ ਨਹੀਂ ਇਸ ਪਾਸੇ ਦੇਖ ਕੇ ਉਹਨਾਂ ਦਾ ਮਖੌਲ ਨਾ ਕਰ, ਉਹਨਾਂ ਤੇ ਹੱਸ ਨਾ, ਉਹਨਾਂ ਤੇ ਵਿਅੰਗ ਨਾ ਕਰ। ਅਜਹੂ ਸੋ ਨਾਵ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ।
ਕਹਿੰਦੇ ਹਾਲੇ ਤੂੰ ਆਪ ਜਰਨੀ ਦੇ ਉੱਤੇ ਹੈਗਾ ਆ, ਤੂੰ ਆਪ ਮੰਜ਼ਿਲ ਤੇ ਨਹੀਂ ਪਹੁੰਚਿਆ ਹੋਇਆ, ਕੀ ਪਤਾ ਜਿਹੜਾ ਹੈਗਾ ਕੱਲ ਨੂੰ ਕੀ ਹੋ ਜਾਣਾ ਹੈ ਭਾਈ। ਇਸ ਕਰਕੇ ਬਿਲਕੁਲ ਜਿਹੜਾ ਹੈਗਾ ਨਿਮਰਤਾ ਤੇ ਗਰੀਬੀ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਸਾਰਿਆਂ ਤੋਂ ਨੀਵਾਂ ਹੋ ਕੇ ਜਿਹੜਾ ਹੈਗਾ ਇਹ ਯਾਤਰਾ ਜਿਹੜੀ ਹੈਗੀ ਕਰੇਗਾ, ਸੁਖੈਨ ਹੀ ਜਿਹੜਾ ਹੈਗਾ ਚੱਲੀ ਜਾਏਗਾ। ਹਾਂਜੀ ਸੁਖਵਿੰਦਰ, ਤੁਹਾਡਾ ਨਾ ਮਾਈਕ ਬਹੁਤ ਖਰਾਬ ਹੈ ਸੁਖਵਿੰਦਰ ਜੀ, ਦੇਖਿਓ ਇਹਨੂੰ ਜਿਹੜਾ ਹੈਗਾ ਨਾ। ਮੈਂ ਫਿਰ ਨਹੀਂ, ਮੈਨੂੰ ਤਾਂ ਲੱਗਦਾ ਠੀਕ ਹੈ। ਮੈਂ ਨਹੀਂ ਤੁਸੀਂ ਰਿਕਾਰਡਿੰਗ ਸੁਣਿਓ, ਤੁਹਾਨੂੰ ਪਤਾ ਲੱਗੇਗਾ। ਨਹੀਂ ਹੁਣ ਠੀਕ ਹੈ ਜੀ, ਪਤਾ ਦੇਖੋ ਬੋਲੋ। ਹਾਂਜੀ ਹਾਂਜੀ ਹੁਣ ਠੀਕ ਹੈ ਮੇਰੀ ਆਵਾਜ਼? ਹਾਂ ਹੁਣ ਠੀਕ ਹੈ। ਦੇਖੋ ਮਾਈਕ ਨਾ ਯੂਜ਼ ਕਰੋ। ਅੱਛਾ ਹਾਂ ਨਹੀਂ, ਮੈਂ ਯੂਜ਼ ਹੀ ਨਹੀਂ ਕਰਦਾ, ਮੈਂ ਬਿਨਾਂ ਮਾਈਕ ਤੋਂ ਕਰ ਰਿਹਾ, ਬਿਨਾਂ ਮਾਈਕ ਕੱਢਤਾ ਮੈਂ। ਹਾਂ ਬਸ ਠੀਕ ਹੈ ਜੀ। ਕੋਈ ਨਹੀਂ, ਮੇਰੀ ਆਵਾਜ਼ ਥੋੜੀ ਨਹੀਂ ਹੁਣ ਵੀ ਉੱਚੀ ਹੈ, ਉਹ ਮੈਨੂੰ ਲੱਗਦਾ ਉਹ ਇੱਕੋ ਆਉਂਦੀ ਹੋਣੀ ਹੋ ਸਕਦਾ। ਨਹੀਂ ਉਹ ਨੈਟ ਵੀ ਵਧੀਆ ਨਹੀਂ ਹੈ, ਤੁਹਾਡਾ ਨੈਟ ਵੀ ਨਹੀਂ ਠੀਕ ਹੈਗਾ। ਬਸ ਨਹੀਂ ਨੈਟ ਤਾਂ ਸਰ ਫਾਈਬਰ ਹੈ ਮੇਰੇ ਕੋਲ, ਆਪਟੀਕਲ ਫਾਈਬਰ ਤੇ 150 Mbps। ਪਤਾ ਨਹੀਂ, ਦੇਖ ਲਓ, ਮੈਨੂੰ ਨਹੀਂ ਲੱਗਦਾ। ਹਾਂਜੀ ਹਾਂਜੀ ਬੀਜੀ ਤੁਹਾਡੀ ਆਵਾਜ਼ ਥੋੜੀ ਦੂਰ ਹੋ ਕੇ ਬੋਲੋ। ਹਾਂ ਓਕੇ, ਹਾਂ ਥੋੜੀ ਹੋ ਸਕਦਾ ਨਾ। ਹਾਂ ਮੇਰੀ ਆਵਾਜ਼ ਉੱਚੀ ਹੈ ਨਾ ਗਲਤੀ। ਹਾਂ ਤੁਹਾਡੀ ਆਵਾਜ਼ ਉੱਚੀ ਹੋਣ ਕਰਕੇ ਸਪੀਕਰ ਨੇੜੇ ਨਾ ਛਣਕ ਜਾਂਦੀ ਹੈ। ਹਾਂਜੀ ਜੀ ਨਹੀਂ ਆਵਾਜ਼ ਬਹੁਤ ਜੀ ਇਹ ਗੱਲ ਨਹੀਂ, ਚਲੋ ਥੋੜੀ ਆਵਾਜ਼ ਜਾ ਉਸੇ ਕਰਕੇ ਕੋਈ ਨਹੀਂ, ਬਿਲਕੁਲ ਆਵਾਜ਼ ਹਾਂ ਕਰਿਓ ਤੁਸੀਂ, ਮਾਈਕ ਬੰਦ ਕਰੋ ਜੀ। ਹਾਂ ਹਾਂਜੀ ਹੁਣ ਕਬੀਰ ਗਰਭ ਨਾ ਕੀਜੀਏ ਰੰਕ ਨਾ ਸੀ ਕੋਈ, ਉਹ ਕਹਿੰਦੇ ਦੇਖ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਈ, ਕਿਸੇ ਰੰਕ ਦਾ ਜਾਂ ਗਰੀਬ ਦਾ ਮਜ਼ਾਕ ਨਾ ਉਡਾ ਬੈਠੀ ਕਿਤੇ। ਕਿਉਂ? ਪਹਿਲੀ ਗੱਲ ਤਾਂ ਤੈਨੂੰ ਇੱਥੇ, ਕਿਉਂਕਿ ਅਜੇ ਅਸੀਂ ਸਮੁੰਦਰ ਅਜੇ ਜਿਹੜੀ ਨੌਕਾ ਜਿਹੜੀ ਸਾਡੀ ਜਿਹੜੀ ਕਿਸ਼ਤੀ ਹੈ ਉਹ ਸਮੁੰਦਰ ਦੇ ਵਿੱਚ ਚੱਲ ਰਹੀ ਹੈ ਉਹ, ਔਰ ਪਤਾ ਨਹੀਂ ਕਿੰਨੇ ਜਨਮਾਂ ਤੋਂ ਚੱਲੀ ਆ ਰਹੀ ਹੈ, ਇਸ ਜਨਮ ਦੀ ਤਾਂ ਛੱਡੋ, ਪਤਾ ਨਹੀਂ ਕਿੱਥੇ ਤੂੰ ਕੀ ਕੁਛ ਹੁੰਦਾ ਹੈ। ਜੇ ਤੂੰ ਕਦੇ ਮਤਲਬ ਕਿਸੇ, ਉਹ ਕਹਿੰਦੇ ਵੀ ਉਹ ਗੁਰਬਾਣੀ ਚ ਆਉਂਦਾ ਨਾ ਜੀ ਕਿ ਵੀ ਉਹ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਹੈ ਨਾ, ਉਹ ਪਤਾ ਕੋਈ ਨਹੀਂ ਹੈ ਕਿਸੇ ਦਾ। ਅੱਜ ਇਹ ਵੀ ਹੋ ਸਕਦਾ ਤੂੰ ਅੱਜ ਹੱਸਿਆ ਤੇ ਤੈਨੂੰ ਹੋ ਸਕਦਾ ਤੈਨੂੰ ਅੱਜ ਉਹਦਾ ਕਿਸੇ ਦਾ ਮਜ਼ਾਕ ਉਡਾਇਆ, ਕੋਈ ਜ਼ਰੂਰੀ ਨਹੀਂ ਹੈ ਕਿ ਤੇਰਾ ਅਜੇ, ਕਿਉਂਕਿ ਤੂੰ ਕਿਹੜਾ ਜੇ ਨਿਕਲਿਆ ਉਸ ਚੋਂ, ਖੇਡ ਚੋਂ ਪ੍ਰਮਾਤਮਾ ਨੇ ਜੋ ਪਾਇਆ, ਜਦ ਤੱਕ ਤੂੰ ਨਿਕਲ ਜਾ ਧਿਆਨ ਸਿਮਰਨ ਦੇ ਰਾਹੀਂ। ਜੇ ਤੂੰ ਨਹੀਂ ਨਿਕਲਿਆ ਤੇ ਫਿਰ ਉਹ ਕੀ ਪਤਾ ਤੈਨੂੰ ਅਗਲੇ ਜਨਮ ਚ ਤੈਨੂੰ ਉਸੇ ਦੀ ਕੰਡੀਸ਼ਨ ਚ ਆਉਣਾ ਪਵੇ। ਇਸੇ ਕਰਕੇ ਕਈ ਵਾਰੀ ਨਾ ਉਹ ਐਗਜ਼ਾਮਪਲਾਂ ਲੋਕੀ ਆ WhatsApp ਤੇ ਲੜਾਈਆਂ ਕਰਦੇ ਰਹਿੰਦੇ, ਮੈਂ ਉਹਨਾਂ ਨੂੰ ਕਹਿਣਾ ਨਾ, ਉਹ ਜਿਹੜੇ ਤੁਸੀਂ ਕੋਈ ਹਿੰਦੂ ਮੁਸਲਮਾਨ ਕਰਦੇ ਰਹਿੰਦੇ ਆ, ਕੋਈ ਏਦਾਂ ਕਰਦੇ ਰਹਿੰਦੇ ਆ, ਮੈਂ ਉਹਨਾਂ ਨੂੰ ਕਹਿਣਾ ਨਾ ਕੱਢਿਆ ਕਰੋ ਗਾਲਾਂ। ਉਹ ਕੀ ਪਤਾ ਤੁਹਾਨੂੰ ਅੱਜ ਤੁਸੀਂ ਹਿੰਦੂ ਹੋ, ਕੱਲ ਨੂੰ ਤੁਸੀਂ ਮੁਸਲਮਾਨ ਦੇ ਘਰੇ ਪੈਦਾ ਹੋ ਜਾਓ, ਦੇ ਜਵਾਬ ਹੁਣ ਹਿਸਾਬ ਕਿਤਾਬ ਦੇ ਆਪਣਾ। ਤੇ ਉਹ ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਕਿਸੇ ਦਾ ਮਜ਼ਾਕ ਨਾ ਉਡਾਓ, ਜਾਂ ਕਿਸੇ ਤੇ ਤੰਜ ਨਾ ਕੱਸੋ, ਜਾਂ ਕਿਸੇ ਦੀ ਨਿੰਦਾ ਨਾ ਕਰੋ, ਜੋ ਕਰ ਰਹੇ ਕਰਨ ਦੋ, ਤੂੰ ਆਪਣੇ ਸਵਾਰ। ਕਿਉਂਕਿ ਇਹ ਯਾਤਰੀ ਐਸੀ ਹੈ ਨੇਚਰ ਸਾਹਿਬ, ਬਿਲਕੁਲ, ਕਿ ਇੰਡੀਵਿਜੂਅਲ ਹੀ ਇਸ ਦੀ ਯਾਤਰਾ ਚ ਨਿਕਲ ਸਕਦਾ ਹੈ। ਕਿਉਂਕਿ ਸਾਇੰਸ ਤੇ ਅਧਿਆਤਮ ਦੇ ਵਿੱਚ ਦੋ ਹੀ ਮੇਜਰ ਡਿਫਰੈਂਸ ਇਹੀ ਹੈ। ਸਾਇੰਸ ਤੇ ਖੋਜ ਇੱਕ ਕਰਦਾ ਹੈ, ਮੌਜ ਸਾਰੇ ਕਰਦੇ ਆ। ਬਿਲਕੁਲ। ਤੇ ਜਿਹੜੀ ਅਧਿਆਤਮ ਹੈ ਇਹਦੇ ਚ ਤਾਂ ਇਕੱਲੇ ਨੂੰ ਚੱਲਣਾ ਪੈਣਾ, ਉਹ ਕੋਈ ਦਾਵਾ ਵੀ ਨਹੀਂ ਕਰ ਸਕਦਾ, ਹੈ ਨਾ। ਹਾਂ ਬਸ ਮਾਲਕ ਦੀ ਖੇਡ ਹੈ ਜੀ ਇਹ। ਠੀਕ ਹੈ ਜੀ। ਹਾਂ ਅੱਗੇ 40ਵਾਂ ਆ ਗਿਆ, ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ। ਦੇਖੋ ਗਰਭ ਦੇ ਉੱਤੇ ਕਿੰਨਾ ਜ਼ਬਰਦਸਤ ਜਿਹੜੇ ਹੈਗੇ ਆ ਕਬੀਰ ਜੀ ਜਿਹੜੇ ਹੈਗੇ ਕਿੰਨੇ ਸ਼ਲੋਕ ਲਗਾ ਰਹੇ, ਇੰਨਾ ਜ਼ਿਆਦਾ ਦੇਖੋ ਕਿੰਨਾ ਆਪਾਂ ਇਹਦਾ ਮਤਲਬ ਇਹ ਮੇਜਰ ਪ੍ਰੋਬਲਮ ਹੈਗੀ ਆਪਣੀ, ਇਹ ਹਉਮੈ ਦੀ ਹੰਕਾਰ ਦੀ ਪ੍ਰੋਬਲਮ ਮੇਜਰ ਹੈਗੀ ਆ। ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ। ਸੁਰੰਗ ਕਹਿੰਦੇ ਬਹੁਤ ਵਧੀਆ ਤੇਰਾ ਸਰੀਰ ਦੇਖ ਕੇ ਤੂੰ ਆਪਣਾ ਇਸ ਸਰੀਰ ਦਾ ਹੰਕਾਰ ਨਾ ਕਰ। ਆਜ ਕਾਲ ਤਜ ਜਾਓਗੇ ਜਿਉਂ ਕਾਂਚਰੀ ਪੋਯੰਗ। ਮਿੱਤਰਾ ਤੂੰ ਜਿਹੜਾ ਹੈਗਾ ਮਰਨ ਵਾਲਾ ਨਹੀਂ ਹੈਗਾ, ਤੂੰ ਇਹ ਸਰੀਰ ਨਹੀਂ ਹੈਗਾ, ਇਹ ਸਰੀਰ ਕੱਪੜਾ ਹੈਗਾ। ਔਰ ਅੱਜ ਔਰ ਕੱਲ ਜਿਹੜਾ ਹੈਗਾ ਤੇਰਾ ਲਿਮਿਟ ਆ ਤੇਰੀ, ਔਰ ਤੈਨੂੰ ਇਹ ਸਰੀਰ ਛੱਡਣਾ ਪਊਗਾ। ਜਿਵੇਂ ਸੱਪ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦੀ ਕੁੰਜ ਲਾ ਦਿੰਦਾ ਹੈ, ਸੱਪ ਥੋੜ੍ਹੇ ਸਮੇਂ ਬਾਅਦ ਜਿਹੜਾ ਹੈਗਾ ਉਹਦੀ ਕੁੰਜ ਜਿਹੜੀ ਹੈਗੀ ਲਾ ਕੇ ਜਿਹੜਾ ਹੈਗਾ, ਉਸ ਤਰੀਕੇ ਦੇ ਨਾਲ ਕਹਿੰਦੇ ਤੂੰ ਅੰਦਰ ਜਿਹੜਾ ਹੈਗਾ ਤੂੰ ਆਤਮਾ ਹੈਗਾ ਆ, ਪਰਮਾਤਮਾ ਦਾ ਅੰਸ਼ ਹੈਗਾ, ਤੂੰ ਸਰੀਰ ਨਹੀਂ ਹੈਗਾ। ਇਹ ਸਰੀਰ ਦਾ ਕਮਾਂਡ ਨਾ ਕਰ, ਇਹਨੂੰ ਜਿਹੜਾ ਹੈਗਾ ਇਹ ਟਾਈਮ ਬਾਉਂਡ ਆ ਤੇਰਾ, ਇਹ ਜਿਹੜਾ ਸਫ਼ਰ ਦੇ ਵਾਸਤੇ ਤੈਨੂੰ ਜਿਹੜਾ ਹੈਗਾ ਵਹੀਕਲ ਮਿਲੀ ਹੋਈ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂ ਬਿਲਕੁਲ ਠੀਕ ਹੈ ਜੀ। ਉਹ
ਹਉਮੈ, ਕਿਉਂਕਿ ਗੁਰਬਾਣੀ ਦੇ ਅੰਦਰ ਆਉਂਦਾ ਕਿ ਹਉਮੈ ਦੀਰਘ ਰੋਗ ਹੈ, ਉਹ ਇਸੇ ਕਰਕੇ ਕਿਹਾ ਇਹਨੂੰ ਦੀਰਘ ਰੋਗ, ਕਿਉਂਕਿ ਇੱਥੇ ਹੀ ਫਸਦਾ ਬੰਦਾ। ਉਹ ਉਹ ਪਤਾ ਨਹੀਂ ਇਹਨੂੰ ਕਿਹੜੀ ਚੀਜ਼ ਦਾ ਗਰਭ ਹੋ ਜਾਏ ਕਦੋਂ। ਉਹ ਇਸੇ ਚੱਕਰ ਲਈ ਵਾਰ-ਵਾਰ ਵਰਜ ਰਹੇ ਨੇ ਉਹ, ਕਿ ਵੀ ਤੂੰ ਇਸ ਚੱਕਰ 'ਚ ਨਾ ਪਈ ਕਿ ਵੀ ਤੂੰ ਮੇਰੇ ਕੋਲ ਮੇਰੇ 'ਚ ਬਹੁਤ ਜ਼ਿਆਦਾ ਸੋਹਣਾ, ਮੈਂ ਬੜੀ ਸੁੰਦਰਤਾ ਮੇਰੇ 'ਚ, ਤੇ ਇਹ ਤਾਂ ਤੇਰਾ ਸਰੀਰ ਹੈ, ਇਹ ਤਾਂ ਅੱਜ ਨਹੀਂ ਕੱਲ ਕਦੋਂ ਵੀ, ਕਿਉਂਕਿ ਹਮ ਆਦਮੀ ਹੈ ਇੱਕਦਮ ਹੀ। ਕੀ ਪਤਾ ਅਗਲਾ ਸਾਹ ਆਉਣਾ ਕਿ ਨਾ, ਮਤ ਆਵੇ ਕਿ ਨਾ ਆਵੇ, ਕੁਛ ਏਦਾਂ ਦੀ ਤੁਕ ਆਉਂਦੀ ਹੈ ਗੁਰਬਾਣੀ। ਬਿਲਕੁਲ ਬਿਲਕੁਲ। ਹਾਂ, ਤੇ ਉਹ ਇਸ ਕਰਕੇ ਉਹ ਕਹਿੰਦੇ ਵੀ ਤੂੰ ਇਹਨੂੰ ਮਤਲਬ ਇਹ ਕੋਈ ਇਹਦਾ ਗਰਭ ਨਾ ਕਰੀ, ਕਿ ਸੱਪ ਵੀ ਦੇਖੋ, ਤੁਸੀਂ ਦੇਖੋ ਥੋੜੀ ਦੇਰ ਬਾਅਦ ਕੁੰਜ ਲਾ ਕੇ ਜੋ ਗਾਂ ਤੁਰ ਜਾਂਦਾ, ਉੱਥੇ ਛੱਡ ਜਾਂਦਾ ਆਪਣਾ ਜਿਹੜਾ ਉਹ ਕੱਪੜਾ। ਉਸੇ ਤਰ੍ਹਾਂ ਹੀ ਕਹਿੰਦੇ ਉਸੇ ਤਰੀਕੇ ਨਾਲ ਉਹ ਐਗਜ਼ਾਮਪਲ ਇੱਕ ਦੇ ਰਹੇ ਨੇ ਰਿਲੇਟ ਕਰਕੇ, ਤੇ ਕਿ ਵੀ ਤੂੰ ਵੀ ਇਹ ਸਰੀਰ ਛੱਡ ਕੇ ਕਿਸੇ ਹੋਰ ਜਗ੍ਹਾ ਚੱਲਿਆ, ਤੂੰ ਆਤਮਾ, ਤੂੰ ਦੇਖ ਮੈਂ ਕੌਣ ਆ, ਇਹ ਤੈਨੂੰ ਕਰਨਾ ਹੀ ਪੈਣਾ। ਅੱਜ ਕਰ ਲੈ, 100 ਸਾਲ ਬਾਅਦ ਕਰ ਲਈ, 1,00,000 ਸਾਲ ਬਾਅਦ ਕਰ ਲਈ, 2 ਲੱਖ ਸਾਲ ਬਾਅਦ ਕਰ ਲਈ, ਜਦੋਂ ਵੀ ਕਰਨਾ। ਹਾਂ, ਬਸ ਇੱਕੋ ਇੱਕ ਚੀਜ਼ ਤੱਕ ਵੇਟ ਕਰ ਸਕਦਾ, ਜਦੋਂ ਮਾਲਕ ਜਦੋਂ ਵੀ ਉਹ ਸਮੇਟ ਲੂਗਾ ਸਾਰੀ ਸ੍ਰਿਸ਼ਟੀ ਨੂੰ, ਉਹ ਤਾਂ ਫਿਰ ਉਹਦੀ ਮਰਜ਼ੀ ਹੈ ਨਾ, ਉਹ ਤਾਂ ਕੁਛ ਵੀ ਕਰ ਸਕਦਾ। ਬਿਲਕੁਲ। ਹਾਂਜੀ ਜੀ। अगला श्लोक आ गया, कबीर लूटना है तो लूट लै, राम नाम है लूट। ਕਹਿੰਦੇ ਦੇਖ ਲਾ ਪਿਆਰਿਆ, ਫ੍ਰੀ ਦੇ ਵਿੱਚ ਮਿਲ ਰਿਹਾ ਹੈ, ਜਿਵੇਂ ਲੁੱਟ ਹੁੰਦੀ ਹੈ। ਕਹਿੰਦੇ ਪਰਮੇਸ਼ਰ ਦਾ ਨਾਮ ਹੈਗਾ, ਇਹਦੇ ਵਾਸਤੇ ਤੈਨੂੰ ਕੁਛ ਜਿਹੜਾ ਹੈਗਾ ਕਿਤੇ ਜਿਹੜਾ ਹੈਗਾ ਜਾਣਾ ਨਹੀਂ ਪਊਗਾ, ਤੇ ਆਪਣੀ ਬੈਠ ਕੇ ਆਪਣੇ ਅੰਦਰ ਹੀ ਵੜਨਾ ਹੈ, ਬੈਠ ਕੇ ਜਿਹੜਾ ਹੈਗਾ ਪਰਮੇਸ਼ਰ ਦੇ ਨਾਮ ਨੂੰ, ਆਹ ਲੁੱਟ ਹੈਗੀ ਆ ਮਾਲਕ ਦੀ, ਇਹ ਖੇਡ ਜਿਹੜੀ ਹੈਗੀ ਆ ਜਿੱਤਣ ਦਾ ਇਹੀ ਤਰੀਕਾ ਹੈਗਾ। ਇਹਦੇ ਵਾਸਤੇ ਤੈਨੂੰ ਸਰੀਰ ਮਿਲਿਆ ਹੋਇਆ ਆ, ਇਹ ਰਾਮ ਨਾਮ ਨੂੰ ਇਹਦਾ ਹੈਗਾ ਲੱਭ ਲਾ ਕਿੱਥੇ ਹੈਗਾ ਉਹ ਨਾਮ ਪਦਾਰਥ ਤੇਰੇ ਅੰਦਰ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਉਹਦੇ ਵਾਸਤੇ ਗਤੀ ਕਰ ਲਾ। ਜੇ ਲੁੱਟਣਾ ਹੈ ਤੇ ਲੁੱਟ ਲਾ, ਨਾਮ ਧਨ ਇਕੱਠਾ ਕਰ ਲਾ, ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਕਹਿੰਦੇ ਫਿਰ ਜਿਹੜਾ ਹੈਗਾ ਤੇਰਾ ਇਹ ਸਰੀਰ ਔਰ ਤੇਰੀ ਆਤਮਾ ਜਿਹੜੀ ਹੈਗੀ, ਇਹ ਟੁਗੈਦਰ ਦੋਨੋਂ ਇਕੱਠੇ ਨਹੀਂ ਰਹਿ ਸਕਣਗੇ ਪਾਏ, ਪ੍ਰਾਣ ਨਿਕਲ ਜਾਣਗੇ ਤੇ ਸਰੀਰ ਜਿਹੜਾ ਢਹਿ ਢੇਰੀ ਹੋ ਜਾਏਗਾ। ਹਾਂਜੀ ਵੀਰ ਜੀ। ਹਾਂ, ਬਿਲਕੁਲ ਠੀਕ ਹੈ ਜੀ। ਉਹ ਬਾਕੀ ਇਹ ਜਿਹੜਾ ਸੰਗਤ 'ਚ ਵੀ ਬੈਠਦੇ ਆ ਆਪਾਂ ਨਿੱਜਰ ਸਾਹਿਬ, ਇਹ ਲੂਟ ਹੀ ਤਾਂ ਚੱਲ ਰਹੀ ਹੈ। ਬਿਲਕੁਲ, ਇਹ ਲੂਟ ਚੱਲ ਰਹੀ ਹੈ। ਦੇਖੋ ਗੁਰਬਾਣੀ ਦੇ ਵਿੱਚ ਇਹ ਸਾਰੀ ਲੂਟ ਹੈ, ਸਾਡੇ ਕੋਲ, ਸਾਡੇ ਵਾਸਤੇ ਆਈ ਹੈ, ਇਹ ਸਾਨੂੰ ਗਿਆਨ ਕਰਵਾ ਰਹੇ ਆ। ਦੇਖੋ ਕਿ ਵੀ ਇਹ ਲੁੱਟ ਲਓ ਤੁਸੀਂ, ਮੈਂ ਵੀ ਲੁੱਟਿਆ ਹੈ। ਤਾਂ ਦੇਖੋ ਕਮਾਲ ਦੀ ਚੀਜ਼ ਹੈ, ਉਹੀ ਗੱਲ ਆ ਗਈ ਨਾ ਜੀ, ਵੀ ਉਹ ਜੇ ਕਬੀਰ ਸਾਹਿਬ ਦਾ ਜੀਵਨ ਦੇਖੀਏ, ਸਰੀਰਕ ਜੀਵਨ ਦਾ ਜਿਹੜਾ ਸੰਸਾਰਿਕ ਜੀਵਨ ਹੈ, ਜੇ ਉਹਨਾਂ ਨੂੰ ਆ ਸਕਦਾ, ਦੇਖੋ ਨਾ ਉਹਨਾਂ ਕੋਲ ਕੋਈ ਲਿਖਣ ਪੜ੍ਹਨ ਦਾ ਕੋਈ ਬਹੁਤਾ ਨਾ ਜੀ, ਦੇਖੋ ਪਰਮਾਤਮਾ ਦੀ ਖੇਡ ਹੈ, ਜਿਹਨੂੰ ਦੇ ਦਿੰਦਾ ਉਹਨੂੰ, ਬਸ ਉਹਨਾਂ ਨੇ ਹੱਥ ਖੜਾ ਕੀਤਾ ਹੋਣਾ, ਲੱਗਦਾ ਹੈ ਨਾ ਕਿ ਉਹ ਦੇਖੋ ਕਮਾਲ ਹੋ ਗਈ। ਦੇਖੋ ਉਹ ਤਾਂ ਹੀ ਕਹਿੰਦੇ ਵੀ ਲੁੱਟ ਹੈ, ਇਹ ਲੈ ਲੁੱਟ ਨਾ, ਇਹ 'ਚ ਕੋਈ ਲੱਗਣਾ ਤੇਰਾ ਨਾ, ਹਿੰਗ ਲੱਗੇ ਨਾ ਫਟਕੜੀ। ਬਿਲਕੁਲ, ਹੈ ਨਾ, ਬੈਠਣਾ ਸਮਾਂ ਦੇਣਾ, ਬਸ ਉਹ ਸਮਾਂ ਕੀ ਦੇਣਾ, ਤੂੰ ਬਸ ਬੈਠਣਾ ਉਹਦੇ 'ਚ, ਉਹਦੇ ਆਪਣੇ ਅੰਦਰ ਹੀ ਬੈਠਣਾ, ਤੇਰੇ ਅੰਦਰ ਹੀ ਤਾਂ ਬੈਠਾ ਉਹ, ਲੱਭਣ ਵਾਸਤੇ ਤੈਨੂੰ ਉਹਨਾਂ ਨੇ ਗੇਮ ਪਾਈ ਹੈ ਕਿ ਤੂੰ ਮੈਨੂੰ ਲੱਭ ਲੈ। ਬਿਲਕੁਲ, ਤੂੰ ਮੈਨੂੰ ਕੀ ਲੱਭ ਲੈ, ਤੂੰ ਆਪ ਹੀ ਲੱਭ ਲੈ ਆਪਣੇ ਆਪ ਨੂੰ ਬਸ। ਔਰ ਕਬੀਰ ਜੀ ਕਿਹੜਾ ਉਹ ਤਾਂ ਕਹਿੰਦੇ ਜੇ ਤੇਰੇ ਪ੍ਰਾਣ ਛੁੱਟ ਗਏ, ਸਵਾਸ ਜਦੋਂ ਖਿੱਚੇ ਗਏ ਤੇਰੇ, ਜਿੰਨਾ ਤੂੰ ਨਿਰਧਾਰਿਤ ਸਮੇਂ ਲਈ ਤੈਨੂੰ ਟਾਈਮ ਦਿੱਤਾ ਉਹਨਾਂ ਨੇ ਇਸ ਜਨਮ 'ਚ, ਫਿਰ ਕੁਆਂਟਣੀ ਮਿਲਣੀ ਹੈ, ਫਿਰ ਵੀ ਤਾਂ ਕਰੇਗਾ ਹੀ ਆਹੀ ਕੁਛ। ਬਿਲਕੁਲ, ਤੇ ਬੈਟਰ ਹੈ ਹੁਣੇ ਕਰ ਲੈ। ਔਰ ਕਿਉਂ ਮਤਲਬ ਅੱਜ ਹੁਣ ਕਿਉਂ ਨਹੀਂ ਸਮਝਦਾ ਹੁਣ ਤੱਕ, ਹੈ ਨਾ, ਸਮਝਾਉਣ ਦੇ ਤਰੀਕੇ ਨੇ ਇਹਨਾਂ ਦੇ ਮਹਾਂਪੁਰਸ਼ਾਂ ਦੇ, ਹਾਂਜੀ ਬ੍ਰਹਮ ਗਿਆਨੀਆਂ ਦੇ। ਬਿਲਕੁਲ, ਔਰ ਇਹ ਵੀ ਪਤਾ ਨਹੀਂ ਨਾ ਹੁਣ ਜਿਹੜੇ ਹੁਣ ਆਪਾਂ ਨੂੰ ਮਨੁੱਖੀ ਸਰੀਰ ਮਿਲਿਆ ਹੈ, ਗਾਹਾਂ ਫਿਰ ਜਿਹੜਾ ਹੈਗਾ ਪਤਾ ਨਹੀਂ ਕਿੱਥੇ ਕਿ ਜਾ ਕੇ ਜਿਹੜਾ ਕਿੱਥੋਂ ਸਟਾਰਟ ਹੁੰਦੀ ਜਰਨੀ। ਉਹ ਗੱਲ ਹੈ ਨਾ, ਇੱਕ ਇਨਸਾਨ ਵਾਸਤੇ ਵੀਰ ਜੀ ਦੇਖ ਲਓ ਕਿੰਨੇ ਗ੍ਰੰਥ ਬਣੇ ਨੇ, ਜਿਵੇਂ ਪ੍ਰਕਿਰਤੀ ਆਪਣੇ ਆਪ ਚੱਲਦੀ ਆ, ਜਿਵੇਂ ਮੰਨ ਲਓ ਕਿ ਉਦਾਹਰਨ ਦੇ ਤੌਰ ਤੇ ਆਪਾਂ ਲਾਉਂਦੇ ਆ ਕਿ ਮੱਝ ਗਾਵਾਂ ਬੱਚਿਆਂ ਨੂੰ ਜਨਮ ਦਿੰਦੀਆਂ, ਉਹ ਆਪਣੇ ਆਪ ਚੱਲਦਾ ਸਾਰਾ ਕੁਛ, ਉਹਨਾਂ ਨੂੰ ਦੱਸਣਾ ਨੀ ਪੈਂਦਾ ਵੀ ਤੂੰ ਉੱਠ ਜਾਂ ਤੁਰ ਜਾਂ ਤੂੰ ਦੁੱਧ ਪੀ, ਆਪਣੇ ਆਪ ਚੱਲਦਾ। ਤੇ ਇੱਕ ਇਨਸਾਨ ਪੈਦਾ ਹੁੰਦਾ, ਉਹਨੂੰ ਜੰਮਣ ਤੋਂ ਲੈ ਕੇ ਐਂਡ ਤੱਕ ਬੁਢੇਪੇ ਤੱਕ ਦੱਸਣਾ ਪੈਂਦਾ ਵੀ ਤੂੰ ਐਂ ਕਰ। ਕਿੰਨੇ ਗ੍ਰੰਥ ਸਾਹਿਬ ਮਹਾਰਾਜ ਕਿੰਨੇ ਬਣ ਗਏ ਨੇ, ਸਿਰਫ ਆਪਣੇ ਮੇਰੇ ਮਨ ਨੂੰ ਸਮਝਣ ਵਾਸਤੇ ਵੀ ਤੂੰ ਮਨਾ ਸਮਝ ਜਾ, ਤੂੰ ਰਾਮ ਦੇ ਨਾਲ ਜੁੜ ਜਾ। ਨਹੀਂ ਜੁੜਦੇ ਅਸੀਂ, ਬਹੁਤ ਮੁਸ਼ਕਲ ਆ। ਪਰ ਮੁਸ਼ਕਲ ਇੱਕ ਵਾਰੀ ਮੁਸ਼ਕਲ ਚੋਂ ਨਿਕਲ ਕੇ
ਕਿੰਨੀਆਂ ਉਦਾਹਰਨਾਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਮਿਲਦੀਆਂ ਨੇ, ਕਿੰਨੀਆਂ ਉਦਾਹਰਨਾਂ ਵੀ ਫਲਾਨਾ ਏਦਾਂ ਮੁਸ਼ਕਲ ਚੋਂ ਨਿਕਲਿਆ ਕਿ ਉਹਨੂੰ ਫੇਰ ਆਸਾਨ ਰਸਤਾ ਹੋ ਗਿਆ। ਇਹੀ ਅੰਦਰਲੀ ਖੇਡ ਆ। ਇੱਕ ਵਾਰੀ ਮੁਸ਼ਕਲ ਦੇ ਵਿੱਚ ਤਾਂ ਆਉਂਦਾ ਹੀ ਆ, ਆਪਾਂ ਨੂੰ ਨਹੀਂ ਉਹ ਹੁੰਦਾ ਹੈਗਾ, ਪਰ ਫਿਰ ਆਸਾਨ ਹੋ ਜਾਂਦਾ। ਫਿਰ ਤਾਂ ਇੰਨਾ ਕੁ ਆਸਾਨ ਹੋ ਵੀ ਰਸਤਾ ਵਧੀਆ ਕਲੀਅਰ ਹੋ ਜਾਂਦਾ, ਮੋਕਲਾ ਹੋ ਜਾਂਦਾ ਨਾ ਜੀ। ਕਬੀਰ ਸਾਹਿਬ ਕਹਿੰਦੇ ਜਿਵੇਂ ਇੰਨੇ ਕੁ ਫਸੇ ਹੋਏ ਆ ਕਿ ਕੋਈ ਜਿਵੇਂ ਇੱਕ ਕਿਸ਼ਤੀ ਦੇ ਵਿੱਚ ਜਾਂਦਾ ਹੁੰਦਾ ਸੀ, ਕੋਈ ਵਿਦਵਾਨ ਰੋਜ਼ ਜਾਂਦਾ ਹੁੰਦਾ ਸੀਗਾ, ਤੇ ਉਹ ਰੋਜ਼ ਉਹਦੇ ਨਾਲ ਕੋਈ ਨਾ ਕੋਈ ਸੰਗਤ ਦਾ ਵੀ ਹੁੰਦਾ ਸੀ ਉਹਦੀਆਂ ਗੱਲਾਂ ਸੁਣਨ ਵਾਸਤੇ। ਪਰ ਉਸ ਦਿਨ ਉਹ ਕਿਸ਼ਤੀ ਦੇ ਵਿੱਚ ਉਹ ਇਕੱਲਾ ਕਿਸ਼ਤੀ ਵਾਲਾ ਸੀਗਾ, ਤੇ ਜਿਹੜਾ ਚੱਪੂ ਚਲਾਉਂਦਾ ਸੀਗਾ ਤੇ ਕੋ ਬਦਨਾਮ ਉਹਨੂੰ ਤੋਂ ਨਹੀਂ ਟਿਕਿਆ ਗਿਆ ਜਿਹੜਾ ਸੁਣਾ ਰਿਹਾ ਸੀ, ਕਿਉਂਕਿ ਉਹਦੇ ਕੋਲ ਇੰਨਾ ਕੁ ਗਿਆਨ ਇਕੱਠਾ ਕੀਤਾ ਹੋਇਆ ਸੀ, ਉਹ ਤੋਂ ਨਹੀਂ ਰਹਿ ਹੋਇਆ। ਉਹ ਚੱਪੂ ਨੂੰ ਚਲਾਉਣ ਵਾਲੇ ਨੂੰ ਕਹਿੰਦਾ ਤੈਨੂੰ ਕਹਿੰਦਾ ਇਹਦੇ ਬਾਰੇ ਪਤਾ ਵੀ ਤੂੰ ਕਿੰਨਾ ਪੜ੍ਹਿਆ, ਵੀ ਤੈਨੂੰ ਪਤਾ ਕੁਛ ਆਪਦੀਆਂ ਗਿਆਨ ਦੀਆਂ ਗੱਲਾਂ ਦੱਸਣ ਲੱਗ ਗਿਆ। ਉਹ ਕਹਿੰਦਾ ਜੀ ਮੈਂ ਤਾਂ ਪੜ੍ਹਿਆ ਨਹੀਂ, ਮੈਂ ਤਾਂ ਗਰੀਬ ਆ, ਮੈਂ ਤਾਂ ਆਪਦੇ ਬਸ ਬੱਚਿਆਂ ਨੂੰ ਖਾਣਾ ਵੀ ਰੋਟੀ ਜੋਗਾ ਗੁਜ਼ਾਰਾ ਕਰ ਲੈਣਾ, ਸ਼ਾਮ ਨੂੰ ਤੁਹਾਡੇ ਵਰਗੇ ਮੁਸਾਫਰ ਆਉਂਦੇ ਨੇ, ਮੇਰਾ ਗੁਜ਼ਾਰਾ ਹੋ ਹੀ ਜਾਂਦਾ। ਚੱਲ ਜੀ ਥੋੜਾ ਚਿਰ ਬਾਅਦ ਫੇਰ ਉਹਨੂੰ ਸਵਾਲ ਕੀਤਾ, ਮੈਂ ਤੈਨੂੰ ਪੜ੍ਹਾਉਂਗਾ, ਮੈਂ ਤੈਨੂੰ ਜਾਣੀ ਐ ਕਰਦਾ ਕਰਾਂਦਾ ਥੋੜੇ ਕੁਦਰਤ ਨੇ ਇਸ ਜੀ ਖੇਡ ਖੇਡੀ ਕਿ ਤੂਫਾਨ ਆ ਗਿਆ ਉਹਦੇ ਵਿੱਚ, ਤੇ ਉਹ ਡੱਗ ਮਗਾਉਣ ਲੱਗ ਗਈ ਕਿਸ਼ਤੀ। ਤੇ ਫੇਰ ਉਹਨੇ ਜਿਹੜਾ ਚੱਪੂ ਚਲਾਉਂਦਾ ਸੀਗਾ ਕਿਸ਼ਤੀ ਨੂੰ, ਉਹ ਕਹਿੰਦਾ ਹੁਣ ਤੂੰ ਤਾਂ ਹੈਗਾ ਉਹਨੂੰ ਕਹਿੰਦਾ ਤੂੰ ਤਾਂ ਬੇਕਾਰ ਆ, ਤੇਰੇ ਕੋਲ ਤਾਂ 16 ਸੰਪੂਰਨ ਹੈ ਨੀ, ਤੂੰ ਤਾਂ ਵੀ ਮੈਂ 16 ਸੰਪੂਰਨ ਆ, ਮੇਰੇ ਕੋਲ ਇੰਨਾ ਗਿਆਨ। ਉਹ ਜਦੋਂ ਕਿਸ਼ਤੀ ਉਹ ਹੋਣ ਲੱਗੀ, ਉਹ ਕਹਿੰਦਾ ਠੀਕ ਆ ਜੀ ਤੁਸੀਂ ਵਿਦਵਾਨ ਹੋ, ਵੀ ਤੁਹਾਨੂੰ ਤੈਰਨਾ ਆਉਂਦਾ? ਉਹ ਕਹਿੰਦੇ ਨਹੀਂ ਮੈਨੂੰ ਤਾਂ ਆਉਂਦਾ ਨੀ ਤੈਰਨਾ। ਕਹਿੰਦਾ ਮੈਨੂੰ ਤਾਂ ਤੈਰਨਾ ਆਉਂਦਾ, ਮੈਂ ਤਾਂ ਹੁਣ 16 ਸੰਪੂਰਨ ਹੋ ਜਾਣਾ, ਹੁਣ ਤੁਸੀਂ ਜਾਓ ਪਈ ਆਪਦਾ ਗਿਆਨ ਲੈ ਕੇ ਉਹਦੇ ਵਿੱਚ। ਵੀ ਉਹਨੇ ਫਿਰ ਉਹਨੂੰ ਉਦਾਹਰਨ ਦੇ ਤੌਰ ਤੇ ਸਮਝਾਇਆ ਵੀ ਮੈਂ ਤਾਂ ਹੁਣ ਆਪਦਾ ਤਰ ਕੇ ਆਪਦੇ ਬੱਚਿਆਂ ਕੋਲੇ ਚਲਿਆ ਜਾਣਾ, ਵੀ ਤੂੰ ਦੱਸ ਹੁਣ ਕੀ ਕਰਨਾ। ਤੇ ਇਸ ਕਰਕੇ ਅਸੀਂ ਇੰਨੇ ਕੁ ਹਉਮੈ ਦੇ ਵਿੱਚ ਆ ਜਾਂਦੇ ਹਾਂ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਨਹੀਂ ਇਹ ਤਾਂ ਇਹ ਸੰਭਾਲਣਾ ਬਹੁਤ ਔਖਾ ਹੋ ਜਾਂਦਾ। ਹੁਣ ਆਪਾਂ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਫਲਾਨਾ ਸੰਤ ਹੋ ਗਿਆ, ਉਹਦੇ ਨਾਲ ਐ ਹੋ ਗਿਆ, ਪਰ ਇਹ ਅੰਦਰਲੀ ਅਵਸਥਾ ਜਦੋਂ ਬਣ ਜਾਂਦੀ ਹੈ ਸੰਭਾਲਣੀ ਵੀ ਬਹੁਤ ਔਖੀ ਹੋ ਜਾਂਦੀ ਹੈ। ਬਿਲਕੁਲ ਕਬੀਰ ਕਹਿੰਦੇ ਹਾਂਜੀ ਹਾਂਜੀ ਠੀਕ ਹੈ, ਫੋਕਾ ਗਿਆਨ ਨਹੀਂ ਨਾ ਕਿਸੇ ਕੰਮ ਆਣਾ ਜੀ। ਹਾਂ, ਫੋਕਾ ਗਿਆਨ ਕਿਸੇ ਕੰਮ ਨਹੀਂ ਆਣਾ। ਬਿਲਕੁਲ ਬਿਲਕੁਲ ਫੋਕਾ ਗਿਆਨ ਜਾਂ ਉਧਾਰਾ ਗਿਆਨ ਕਿਸੇ ਕੰਮ ਨਹੀਂ ਆਣਾ, ਤੈਨੂੰ ਅੰਦਰੋਂ ਆਪ ਹੀ ਤੈਨੂੰ ਕਰਨਾ ਪੈਣਾ। ਹਾਂ ਫਲ ਖਾਧਾ ਤੇ ਉਹਦਾ ਹੀ ਆਪਾਂ ਨੂੰ ਪਤਾ ਲੱਗਣਾ ਵੀ ਇਹਦਾ ਕੀ ਟੇਸਟ ਆ। ਬਸ ਜਿੰਨਾ ਚਿਰ ਆਪਾਂ ਖੁਦ ਨਹੀਂ ਬਹਿੰਦੇ, ਜੋ ਮਰਜੀ ਦੁਨੀਆ ਦੀ ਚੀਜ਼ ਖਰੀਦ ਲਿਆਓ, ਤੁਹਾਨੂੰ ਨਹੀਂ ਪਤਾ ਲੱਗਣਾ। ਜਿੱਥੇ ਮਰਜੀ ਚਲੇ ਜਾਓ, ਗੁੰਗੇ ਦੀ ਮਠਿਆਈ ਹੈ ਨਾ, ਉਹ ਮੁਸਕਰਾ ਹੀ ਸਕਦਾ, ਉਹ ਦੱਸ ਤਾਂ ਸਕਦਾ ਨਹੀਂ, ਦੱਸ ਨਹੀਂ ਸਕਦਾ ਮਹਿਸੂਸ। ਜੇ ਅਸੀਂ ਕਰ ਵੀ ਜਾਣਾ ਅਸੀਂ ਤਾਂ ਵੀ ਨਹੀਂ ਦੱਸ ਸਕਦੇ, ਕੋਈ ਸ਼ਬਦ ਹੀ ਨਹੀਂ ਬਣਿਆ, ਕੋਈ ਉਦਾਹਰਨ ਹੀ ਨਹੀਂ ਦੱਸਣ ਵਾਸਤੇ। ਕਿਉਂਕਿ ਅਨੁਭਵ ਦਾ ਵਿਸ਼ਾ ਨਾ ਜੀ, ਇਹ ਦੱਸਣ ਦਾ ਜਾਂ ਕਰਨ ਦਾ ਵਿਸ਼ਾ ਨਹੀਂ ਹੈ, ਜਾਂ ਬੋਲਣ ਦਾ ਵਿਸ਼ਾ ਨਹੀਂ ਹੈ, ਅਨੁਭਵ ਦਾ ਵਿਸ਼ਾ। ਪਰ ਉਹ ਜਿਵੇਂ ਮਹਾਂਪੁਰਸ਼, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਬੀਰ ਸਾਹਿਬ ਜਿਵੇਂ ਬਾਰ-ਬਾਰ ਆਪਾਂ ਨੂੰ ਇਸ਼ਾਰੇ ਦੇ ਰਹੇ ਨੇ, ਉਹ ਤਾਂ ਹੀ ਤਾਂ ਦੱਸ ਰਹੇ ਨੇ ਕਿ ਵੀ ਮੈਨੂੰ ਮਿਲਿਆ, ਤੁਸੀਂ ਵੀ ਆਓ। ਬਿਲਕੁਲ ਬਿਲਕੁਲ ਕਬੀਰ ਸਾਹਿਬ ਨੂੰ ਵੀ ਗਿਆਨ ਦੇਖੋ ਹੋਇਆ। ਉਹ ਕਹਿੰਦਾ ਦੇਖੋ ਸਰੀਰ ਵੀ ਹੱਡੀਆਂ ਦੀ ਤਰ੍ਹਾਂ, ਜਿਵੇਂ ਲੱਕੜਾਂ ਜਲਦੀਆਂ ਨੇ ਐਂ ਹੱਡੀਆਂ ਜਲ ਗਈਆਂ, ਆਇਓ ਕੇਸ ਜਲਦੇ, ਜਿਵੇਂ ਘਾਹ ਜਲਦਾ ਆਇਓ ਜਲਦਾ। ਇਹ ਗੱਲ ਸੋਚ ਕੇ ਉਹਨੇ ਸੋਚਿਆ ਵੀ ਇਹ ਚੀਜ਼ ਕੀ ਬਣ ਗਈ, ਇਹ ਤਾਂ ਇਹ ਐਡਾ ਬੜਾ ਸੁੰਦਰ ਇਸ ਤਰ੍ਹਾਂ ਮੱਚ ਰਿਹਾ। ਉਦੋਂ ਹੀ ਫਿਰ ਉਹਨਾਂ ਨੇ ਉਹ ਕਰ ਲਿਆ ਸੀ ਨਾ ਆਪਣੇ ਆਪ ਨੂੰ ਵੀ ਮੈਂ ਵੀ ਖੋਜ ਕਰਾਂ। ਫਿਰ ਗੁਰੂ ਕੋਲੇ ਫੇਰ ਪਹੁੰਚੇ ਸੀ। ਬਿਲਕੁਲ ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰੇ ਲਾਵੈ ਆਗ। ਦੇਖ ਲਓ ਭਾਈ, ਕਹਿੰਦੇ ਘਰ ਨੂੰ ਅੱਗ ਲਾਉਣੀ ਪੈਣੀ ਆ ਪਹਿਲਾਂ। ਕਬੀਰ ਜੀ ਕਹਿੰਦੇ ਆ ਕੋਈ ਜਨਮਿਆ, ਕੋਈ ਪੈਦਾ ਹੀ ਨਹੀਂ ਹੁੰਦਾ ਜਿਹੜਾ ਕਿ ਆਪਣੇ ਘਰ ਨੂੰ ਅੱਗ ਲਾ ਦੇ। ਘਰ ਕੀ ਹੈਗਾ? ਘਰ ਹੈਗਾ ਇਹ ਦੇਖ ਲਓ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਕਮਾਂਡ ਹੈ, ਇਹਨਾਂ ਦਾ ਕੰਟਰੋਲ ਚੱਲ ਰਿਹਾ ਮਨ ਦੇ ਉੱਤੇ। ਮਨ ਪੂਰਾ ਮੋਹ ਦੇ ਵਿੱਚ ਫਸਿਆ ਪਿਆ ਹੈ। ਘਰ ਗ੍ਰਸਤੀ ਟੱਬਰ ਇਹ ਸਾਰੇ ਮੋਹ ਦੇ ਵਿੱਚ। ਇਹ ਮੋਹ ਨੂੰ ਅੱਗ ਲਾਉਣੀ ਹੈ ਭਾਈ, ਆ ਘਰ ਨੂੰ ਅੱਗ ਲਾਉਣੀ। ਕਬੀਰ ਐਸਾ ਕੋਈ ਨਾ ਜਨਮਿਓ, ਕਹਿੰਦੇ ਇਹ ਜਿਹਾ ਕੋਈ ਮੈਨੂੰ ਨਜ਼ਰ ਹੀ ਨਹੀਂ ਆਉਂਦਾ। ਐਸਾ ਕੋਈ ਜਿਹੜਾ ਹੈਗਾ, ਐਸਾ ਕੋਈ ਨਾ ਜਨਮਿਓ, ਆਪਣੇ ਘਰੇ ਲਾਵੇ ਆਗ। ਪਾਂਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਹੈਗੇ ਪੰਜ ਲੜਕੇ ਜਿਹੜੇ ਹੈਗੇ ਆ, ਇਹਨਾਂ ਨੂੰ ਸਾੜ ਦੇ। ਇਹ ਲੜਕੀਆਂ ਵੀ ਹੈਗੀਆਂ ਆ, ਆਸਾ ਹੈਗੀ ਆ, ਤ੍ਰਿਸ਼ਨਾ ਹੈਗੀ ਆ, ਈਰਖਾ ਹੈਗੀ ਆ। ਇਹ
ਕਹਿੰਦੇ ਇਹਨਾਂ ਨੂੰ ਜਿਹੜਾ ਹੈਗਾ ਪਾਂਛੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ, ਕਹਿੰਦੇ ਪਰਮੇਸ਼ਰ ਦੀ ਲਿਵ ਲੱਗ ਜਾਏਗੀ ਭਾਈ, ਜਦ ਤੱਕ ਆਪਾਂ ਜਿਹੜੇ ਹੈ ਮੋਹ ਜਿਹੜਾ ਹੈਗਾ ਨਹੀਂ ਇਹਨੂੰ ਜਿਹੜੇ ਹੈਗੇ ਸਾੜਦੇ। ਆਪਣੇ ਘਰ 'ਚ ਅੱਗ ਲਾਉਣੀ, ਆਹੀ ਹੈ ਆਪਣੇ ਘਰ 'ਚ ਅੱਗ ਲਾਉਣੀ ਭਾਈ, ਜੇ ਕਿਉਂਕਿ ਤਾਂ ਹੀ ਜਿਹੜਾ ਹੈਗਾ ਇਹ ਰਾਮ ਦੇ ਨਾਲ ਪਰਮੇਸ਼ਰ ਦੇ ਨਾਲ ਲਿਵ ਲੱਗ ਸਕਦੀ ਹੈ। ਹਾਂਜੀ ਬਿਲਕੁਲ ਜੀ ਹਾਂ। ਉਹ ਕਰੇਗੀ, ਮੈਨੂੰ ਤਾਂ ਕਹਿੰਦੇ ਕੋਈ ਲੱਭਿਆ ਨਹੀਂ ਏਦਾਂ ਦਾ, ਕੋਈ ਬੰਦਾ ਲੱਭਿਆ ਨਹੀਂ ਮੈਨੂੰ ਤਾਂ ਅੱਜ ਤੱਕ ਕਦੇ ਮੈਂ ਸੁਣਿਆ ਨਹੀਂ ਕਿ ਵੀ ਜਿਹੜਾ ਜਾਂ ਕੋਈ ਜੰਮਿਆ ਨਹੀਂ ਏਦਾਂ ਦਾ ਕਿ ਜਿਹੜਾ ਆਪਦੇ ਘਰ ਹੀ ਅੱਗ ਲਾ ਲਵੇ। ਬਿਲਕੁਲ ਬਹੁਤ ਰੇਅਰ ਹੈ, ਕਹਿਣ ਦਾ ਭਾਵ ਹੈ ਬਹੁਤ ਰੇਅਰ ਹੈ। ਹਾਂ ਉਹ ਕਹਿੰਦੇ ਵੀ ਮੈਨੂੰ ਮਤਲਬ ਮੈਂ ਕੋਈ ਜਨਮਿਆ ਨਹੀਂ ਏਦਾਂ ਦਾ ਜਿਹੜਾ ਸਿੱਧਾ ਹੀ ਆਪਣਾ ਮਤਲਬ ਜਨਮਿਆ ਨਹੀਂ, ਕਹਿਣ ਦਾ ਮਤਲਬ ਵੀ ਜਿਹਨੂੰ ਇਸ ਰਸਤੇ ਦਾ ਪਤਾ ਲੱਗ ਗਿਆ ਉਹ ਤਾਂ ਹੀ ਐਗਜ਼ਾਮਪਲ ਦੇ ਰਹੇ ਨੇ ਕਿ ਵੀ ਉਹ 5 ਜਿਹੜੇ ਤੇਰੇ ਬੈਰੀ ਨੇ ਉਹ ਜਿਹਨਾਂ ਨੂੰ ਤੂੰ ਮਿੱਤਰ ਸਮਝਦਾ ਹੈ ਤੇ ਉਹ ਤੈਨੂੰ ਅਸਿਸਟੈਂਸ ਵਾਸਤੇ ਫੌਜ ਦਿੱਤੀ ਸੀ ਤੇ ਤੂੰ ਉਹਨਾਂ ਦੇ ਪਿੱਛੇ ਲੱਗ ਤੁਰਿਆ ਹੈ ਤੇ ਉਹ ਤੂੰ ਦੇਖਣਾ ਸੀ ਉਹਨਾਂ ਨੂੰ ਟਰਾਂਸਫਾਰਮ ਕਰਨਾ ਸੀ। ਉਹ ਜਿਹੜੇ ਵਿਗੜੇ ਫੌਜੀ ਸੀ ਤੇ ਤੂੰ ਉਹਨਾਂ ਦੇ ਪਿੱਛੇ ਲੱਗ ਤੁਰਿਆ ਹੈ। ਨਹੀਂ ਉਹ 5 ਵਿਗੜੇ ਫੌਜੀ ਨੇ ਨਾ ਜੀ, ਉਹਨਾਂ ਨੂੰ ਹੀ ਟਰਾਂਸਫਾਰਮ ਕਰਨਾ ਹੈ। ਬਿਲਕੁਲ ਜਿਹੜੀ ਉਹ ਕਾਮ ਮਤਲਬ ਜਿਹੜਾ ਕ੍ਰੋਧ ਆ ਕਰੁਣਾ ਚ ਕਨਵਰਟ ਹੋਣਾ ਜਦੋਂ ਤੇ ਉਹ ਹਰ ਚੀਜ਼ ਨੇ ਕਨਵਰਟ ਹੋਣਾ, ਉਹ ਇੱਕ ਸਿਰਾ ਉਹ ਦੂਜੇ ਸਿਰੇ ਤੇ ਪਹੁੰਚਣਾ ਉਹਨੇ ਹੋਣਾ ਧਿਆਨ ਸਿਮਰਨ ਨਾਲ ਵੀ। ਇਹੀ ਖੇਡ ਆ ਸਾਰੀ। ਤੇ ਉਹ ਫਿਰ ਉਹ ਕਹਿੰਦੇ ਵੀ ਇਹਨਾਂ ਨੂੰ ਮਤਲਬ ਇਹ ਜਦੋਂ ਜਲਣਗੇ ਤੇ ਫਿਰ ਕਹਿਣ ਦਾ ਮਤਲਬ ਉਹ ਲਿਵ ਲੱਗੀ ਤੇ ਉਹ ਗਏ ਬਸ, ਫਿਰ ਉਹ ਸੇਵਕ ਨੇ। ਬਿਲਕੁਲ ਹੈ ਨਾ ਜੀ। ਇਹ ਖੇਡ ਆ ਸਾਰੀ, ਮਾਲਕ ਕਿਰਪਾ ਕਰੇ। ਹੈ ਕੋ ਹੈ ਲੜਕਾ ਵੇਚੀ ਲੜਕੀ ਵੇਚੇ ਕੋਏ, ਕਹਿੰਦੇ ਕੋਈ ਹੈ ਭਾਈ ਇਹ ਜਿਹੜੇ ਹੈਗੇ 5 ਲੜਕੇ ਜਿਹੜੇ ਹੈਗੇ ਇਹਨਾਂ ਨੂੰ ਵੇਚਣ ਨੂੰ ਤਿਆਰ ਹੈ ਕੋਈ? ਲੜਕੀ ਨੂੰ ਵੇਚਣ ਨੂੰ ਤਿਆਰ ਹੈ? ਜਿਹੜੀ ਆ ਮਨਸਾ ਹੈਗੀ ਆ ਔਰ ਤ੍ਰਿਸ਼ਨਾ ਹੈਗੀ ਆ, ਈਰਖਾ ਹੈਗੀ ਆ, ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹਨਾਂ ਨੂੰ ਜਿਹੜਾ ਹੈਗਾ ਹੈ ਕੋਈ ਡਰਾਪ ਕਰਨ ਵਾਲਾ? ਕੋ ਹੈ ਲੜਕਾ ਵੇਚੇ ਲੜਕੀ ਵੇਚੇ ਕੋਏ, ਸਾਂਝਾ ਕਰੇ ਕਬੀਰ ਸਿਓ ਹਰ ਸੰਗ ਵਣਜ ਕਰੇ, ਕਹਿੰਦੇ ਆ ਜੇ ਮੇਰੇ ਨਾਲ, ਮੈਂ ਉਹਦੇ ਨਾਲ ਬੈਂਕ ਅਕਾਊਂਟ ਸਾਂਝਾ ਕਰ ਲੈਣਾ ਅਤੇ ਪਰਮੇਸ਼ਰ ਦਾ ਨਾਮ ਦਾ ਵਣਜ ਕਰੀਏ ਤਾਂ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ ਦਾ ਨਾਮ ਧਨ ਜਿਹੜਾ ਹੈਗਾ ਇਕੱਠਾ ਹੁੰਦਾ ਹੈ। ਹਾਂਜੀ ਹਾਂਜੀ ਉਹ ਠੀਕ ਹੈ ਜੀ ਬਿਲਕੁਲ। ਉਹ ਕਹਿ ਰਹੇ ਕੋਈ ਹੈ ਕੋ ਹੈ ਮਤਲਬ ਹੈ ਨਾ ਜੀ, ਲੜਕਾ ਵੇਚੇ ਲੜਕੀ ਵੇਚੇ ਕੋਈ, ਉਹ ਕਹਿੰਦੇ ਕੋਈ ਬਿਰਲਾ ਹੀ ਹੈ ਜਿਹੜਾ ਕੋਈ ਇਹ ਕੰਮ ਕਰਦਾ ਹੈ। ਬਿਲਕੁਲ। ਤੇ ਕਹਿੰਦੇ ਉਹਨਾਂ ਨਾਲ ਮੈਂ ਸਾਂਝ ਪਾਉਣ ਨੂੰ ਤਿਆਰ ਹਾਂ, ਉਹਨਾਂ ਨਾਲ ਆ ਜਾਓ ਮੇਰੇ ਨਾਲ, ਆਪਾਂ ਰਾਮ ਨਾਮ ਦਾ ਵਣਜ ਕਰੀਏ ਵਪਾਰ। ਆਹੀ ਵਪਾਰ ਚੱਲ ਰਿਹਾ ਦੇਖੋ ਹੁਣ ਸੰਗਤ ਦੇ ਅੰਦਰ। ਬਿਲਕੁਲ ਇੰਨੇ ਸਰੀਰ ਬੈਠੇ ਆ, ਇਹ ਵਪਾਰ ਕਰਨੀ ਆਏ ਨੇ। ਕਿਉਂ ਇਹ ਧਾਰ ਕੇ ਆਏ ਨੇ ਕਿ ਵੀ ਯਾਰ ਅਸੀਂ ਇਹਨੂੰ ਡ੍ਰੌਪ ਕਰਨਾ ਇਸ ਮਨ ਨੂੰ ਜਿਹਨੇ ਸਾਨੂੰ ਇੰਨੇ ਸਾਲਾਂ ਤੋਂ ਇੰਨੇ ਕਰੋੜਾਂ ਜਨਮਾਂ ਤੋਂ ਲੱਖਾਂ ਜਨਮਾਂ ਤੋਂ ਸਾਨੂੰ ਇਹਨੇ ਜਿਵੇਂ ਕਹਿੰਦੇ ਨੇ ਉਹ ਭੱਠੀ ਚ ਪਾ ਰੱਖਿਆ। ਇਹ ਕੰਮ ਅਸੀਂ ਕਰਨਾ, ਕਬੀਰ ਸਾਹਿਬ ਵਾਲੀ ਗੱਲ ਤੇ ਅਸੀਂ ਉਤਰਨਾ ਪੂਰਾ। ਬਿਲਕੁਲ। ਤੇ ਉਹ ਇਸੇ ਲਈ ਆਪਾਂ ਸਾਰੇ ਤੁਰੇ ਆ, ਸਾਰੇ ਇਕੱਠੇ ਹੋ ਕੇ ਸੰਗਤੀ ਰੂਪ ਦੇ ਵਿੱਚ। ਉਹ ਸੰਗਤ ਚ ਹੀ ਸਭ ਕੁਛ ਹੈ। ਉਹ ਸਾਰੀਆਂ ਵਾਈਬ੍ਰੇਸ਼ਨ ਉਹ ਵਿਚਾਰ ਮੰਡਲ ਤੋਂ ਉੱਪਰ ਜਦੋਂ ਜਾਂਦੀਆਂ ਉਹ ਸਾਰੀਆਂ ਇੱਕ ਦੂਜੇ ਨੂੰ ਸਿਗਨਲ ਪਹੁੰਚ ਰਹੇ ਨੇ, ਸਭ ਨੂੰ ਮੁੱਦਾ ਹੀ ਪਹੁੰਚ ਰਿਹਾ, ਸਭ ਕੁਛ ਉਵੇਂ ਚੱਲ ਰਿਹਾ ਸਾਰਾ ਸਿਸਟਮ। ਉਹ ਇਹ ਵਣਜ ਹੋ ਰਿਹਾ, ਇਹ ਵਣਜ ਹੋ ਰਿਹਾ ਸੰਗਤੀ ਰੂਪ ਦੇ ਵਿੱਚ। ਕੋ ਹੈ ਅੱਛਾ ਇਹ ਹੋ ਗਿਆ ਜੀ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਕਹਿੰਦੇ ਇੱਕ ਗੱਲ ਯਾਦ ਰੱਖੀ ਭਾਈ, ਚੇਤੇ ਰੱਖੀ, ਇਹ ਖਾਸ ਗੱਲ ਆ ਚੇਤੇ ਰੱਖਣ ਵਾਲੀ ਗੱਲ। ਪਾਛੇ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ, ਕਹਿੰਦੇ ਦੇਖ ਲਾ ਪਿਆਰਿਆ, ਜੋ ਪਿੱਛੇ ਜੋ ਵੀ ਤੂੰ ਭੋਗ ਵਿਲਾਸ ਜੋ ਕੁਛ ਵੀ ਕਰਕੇ ਆਇਆ ਆ ਪਿਆਰਿਆ, ਇੰਨਾ ਕੁ ਹੈਗਾ ਜਿਵੇਂ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਜਿਵੇਂ ਹੱਟੀ ਤੋਂ ਜਿਹੜਾ ਮਾੜਾ ਜਿਹਾ ਜਿਹੜਾ ਕੋਈ ਸਮਾਨ ਲਈਏ ਨਾ ਆਪਾਂ ਹੱਟੀ ਤੋਂ, ਅਤੇ ਉਹ ਜਿਹੜਾ ਇੱਕ ਅੱਧੀ ਟਾਫੀ ਜਾਂ ਗੁੜ ਮਾੜਾ ਜਿਹਾ ਬੱਚੇ ਨੂੰ ਦੇ ਦਿੰਦਾ ਵੀ ਦੁਬਾਰਾ ਆਊਗਾ ਇਹ। ਕਹਿੰਦੇ ਬਸ ਓਨਾ ਕੀ ਹੈ ਜਿੰਨਾ ਕੁ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਗੁੜ ਲੈ ਕੇ ਖਾ ਲਿਆ, ਬਸ ਇੰਨੇ ਕੁ ਹੈਗੇ ਜਿਹੜੇ ਤੇਰੇ ਜਿਹੜੇ ਹੈਗੇ ਦੁਨੀਆ ਦੇ ਪਦਾਰਥ ਜੋ ਭੋਗ ਲਿਆ, ਇਹ ਇੱਥੇ ਜਿਹੜਾ ਸਵਾਦ ਜਿਹੜੇ ਚੱਖ ਲਿਆ ਗੁੜ ਦਾ ਓਨਾ ਕੀ ਹੈਗਾ, ਹੋਰ ਇਹਦਾ ਕੋਈ ਮੀਨਿੰਗ ਨਹੀਂ ਹੈਗਾ, ਨਾ ਇਹਨੇ ਕਿਤੇ ਤੇਰੇ ਕੰਮ ਆਉਣਾ ਹੈ। ਜੋ ਕੁਛ ਵੀ ਦੁਨੀਆ 'ਚ ਤੂੰ ਕਰ ਰਿਹਾ ਆ ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਸੰਸਾਰ ਦੇ ਵਿੱਚ, ਕਹਿੰਦੇ ਬਸ ਇਹ ਜਿਹੜਾ ਸਵਾਦ ਲੈ ਰਿਹਾ ਨਾ ਗੁੜ ਦਾ ਸਵਾਦ ਮਾੜਾ ਜਿਹਾ ਤੈਨੂੰ ਝੁੰਗਾ ਦਿੱਤਾ ਹੋਇਆ, ਬਸ
ਇਸ ਤੋਂ ਇਲਾਵਾ ਨਹੀਂ ਹੈਗਾ ਤੇਰੇ ਕੋਲ, ਵਸਤੂ ਹੈ ਨਹੀਂ ਗੀ, ਤੇਰੇ ਕੋਲ ਅਸਲ ਚੀਜ਼ ਹੈ ਨਹੀਂ, ਜਿਹੜੀ ਚੀਜ਼ ਵਾਸਤੇ ਆਇਆ ਹੈ ਤੂੰ, ਜਿਹੜਾ ਕੰਮ ਕਰਨਾ ਹੈ ਉਹ ਹੈ ਨਹੀਂ ਗਾ। ਇਹ ਤੇਰੇ ਨਾਲ ਜਾਣ ਵਾਲਾ ਤੂੰ ਸਵਾਦ ਜਿਹੜਾ ਮਿਲ ਗਿਆ ਬਸ ਸਵਾਦ ਹੀ ਹੈਗਾ, ਹੋਰ ਕੁਛ ਨਹੀਂ ਹੈਗਾ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਬਸ ਠੀਕ ਹੈ, ਝੁੰਗਾ ਹੀ ਆ ਇਹ। ਹਾਂ ਜੋ ਤੂੰ ਪਿੱਛੇ ਭੋਗ ਲਿਆ ਨਾ, ਤੇ ਉਹ ਤਾਂ ਫਿਰ ਤੂੰ ਬਸ ਐ ਸਮਝ ਲੈ ਵੀ ਥੋੜਾ ਬਹੁਤ ਜਿਹੜਾ ਤੂੰ ਕੋਈ ਚੀਜ਼ ਲਈ ਤੇ ਉਹਦੇ ਨਾਲ ਝੁੰਗਾ ਦੇਤਾ ਵੀ ਚੱਲ ਇਹ ਦੁਬਾਰਾ ਆਊਗਾ, ਮੇਰਾ ਪੱਕਾ ਗਾਹਕ ਹੈ ਇਹ। ਤੇ ਉਹਨੂੰ ਤੂੰ ਝੁੰਗਾ ਦੇ, ਤੈਨੂੰ ਚੇਤਾਵਨੀ ਦੇ ਰਿਹਾ ਮੈਂ, ਨਾਲੇ ਉਹ ਬਿਲਕੁਲ ਕਹਿ ਰਹੇ ਨੇ ਹਾਂ ਵੀ ਤੈਨੂੰ ਮੈਂ ਵਾਰਨ ਕਰ ਰਿਹਾ, ਤੂੰ ਇਹਦੇ ਭਰਮ ਚ ਨਾ ਰਹਿ ਜੀ ਕਿਤੇ, ਤੂੰ ਅਸਲੀ ਕੰਮ ਫੜ ਲੈ, ਚੰਗਾ ਰਹੇਗਾ। ਨਹੀਂ ਤਾਂ ਤੂੰ ਇਹ ਝੁੰਗੇ ਚ ਫਸ ਗਿਆ ਨਾ, ਤੇ ਫਿਰ ਬਸ ਫਿਰ ਏਦਾਂ ਹੀ ਝੁੰਗੇ ਹੀ ਲੈਂਦਾ ਰਹੇਗਾ ਸਾਰੀ ਜ਼ਿੰਦਗੀ, ਸਾਰੇ ਜਨਮ, ਹੋਰ ਅੱਗੇ ਆਉਂਦੇ ਜਾਂਦਾ ਰਹੇਗਾ ਏਦਾਂ ਹੀ ਜੂਨਾਂ ਚ। ਬਿਲਕੁਲ। ਤੇ ਉਹ ਤਾਂ ਹੀ ਤਾਂ ਮਤਲਬ ਕਹਿ ਰਹੀ ਹੈ ਗੁਰਬਾਣੀ ਬਾਰ-ਬਾਰ ਕਿ ਵੀ ਉਹ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਹੈ ਨਾ ਜੀ। ਜਿੰਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ ਵੀ ਨਿਕਲ ਜਾਣ ਵਾਲੇ, ਨਾਲ ਹੋਰ ਸੰਗੀ ਸਾਥੀ ਹੈ, ਉਹ ਉਹਨਾਂ ਨੂੰ ਵੀ ਨਾਲ ਜੋੜ ਲੈ ਸੰਗਤ ਦੇ ਰੂਪ ਦੇ ਵਿੱਚ, ਤੇ ਉਹ ਨਾਲ ਉਹ ਵੀ ਤੁਰ ਜਾਣ ਵਿਚਾਰੇ, ਉਹਨਾਂ ਦਾ ਵੀ ਸਾਰਿਆਂ ਦਾ ਕਲਿਆਣ ਹੋ ਜੇ। ਤੇ ਉਹ ਨਹੀਂ ਤਾਂ ਝੁੰਗੇ 'ਚ ਫਸਿਆ ਰਹੇਗਾ। ਅਗਲਾ ਸ਼ਲੋਕ ਆ ਗਿਆ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਓ ਭਲ ਜੋਗ। ਕਹਿੰਦੇ ਮੈਂ ਤਾਂ ਸੋਚਿਆ ਸੀਗਾ ਬਈ ਦੁਨੀਆ ਦੇ ਵਿੱਚ ਗਿਆਨ ਲੈਣਾ ਜਿਹੜਾ ਹੈਗਾ, ਗਿਆਨ ਹੀ ਸਭ ਤੋਂ ਚੰਗੀ ਚੀਜ਼ ਹੈਗੀ ਆ, ਵਧੀਆ ਹੈ ਗਿਆਨ ਲੈਣਾ, ਬਹੁਤ ਵਧੀਆ, ਸਭ ਤੋਂ ਵਧੀਆ ਹੈਗਾ। ਕਹਿੰਦੇ ਹੁਣ ਮੈਨੂੰ ਪਤਾ ਲੱਗਿਆ ਭਾਈ ਗਿਆਨ ਦੇ ਨਾਲੋਂ ਤਾਂ ਜਿਹੜਾ ਹੈਗਾ ਪਰਮੇਸ਼ਰ ਦੇ ਨਾਲ ਜਿਹੜਾ ਹੈਗਾ ਯੋਗ ਕਰਨਾ ਉਹ ਵਧੀਆ, ਧਿਆਨ ਸਿਮਰਨ ਵਧੀਆ ਹੈਗਾ। ਪੜ੍ਹਬੇ ਸਿਓ ਭਲ ਜੋਗ, ਯੋਗ ਕਰਨਾ ਹੈ ਆਪਾਂ ਨੇ, ਪਰਮੇਸ਼ਰ ਦੇ ਨਾਲ ਜੁੜਨਾ ਹੈਗਾ। ਇਹ ਯੋਗ ਜਿਹੜਾ ਹੈਗਾ ਥੱਲੇ ਔਂਕੜ ਲੱਗੀ ਹੈ, ਜੋਗੀਆਂ ਵਾਲਾ ਯੋਗ ਨਹੀਂ ਹੈਗਾ, ਇਹ ਮਾਲਕ ਦੇ ਨਾਲ ਜੁੜਨਾ ਹੈ। ਅੱਗੇ ਕਲੀਅਰ ਕਰ ਰਹੇ ਆ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ। ਕਹਿੰਦੇ ਮੈਂ ਨਹੀਂ ਛੱਡੂੰਗਾ ਭਾਈ ਇਹ ਧਿਆਨ ਸਿਮਰਨ, ਇਹ ਭਗਤੀ ਪ੍ਰੇਮਾ ਭਗਤੀ ਉਸ ਰਾਮ ਦੀ, ਭਾਵੇਂ ਮੈਨੂੰ ਕੋਈ ਨਿੰਦੇ, ਭਾਵੇਂ ਮੈਨੂੰ ਕੋਈ ਵਡਿਆਏ, ਜੋ ਮਰਜ਼ੀ ਕਰੇ, ਮੈਂ ਇਹ ਭਗਤੀ ਇਹ ਯੋਗ ਨਹੀਂ ਛੱਡ ਸਕਦਾ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਜੀ। ਉਹ ਪੜ੍ਹੇ ਸੁਣੇ ਕਿਆ ਹੋਈ, ਜਦ ਸਹਿਜ ਨਾ ਮਿਲਿਆ ਸੋਈ। ਤੇ ਉਹ ਤਾਂ ਹੀ ਕਹਿੰਦੇ ਕਿ ਉਹ ਪੜ੍ਹਨ ਇਹਦੇ ਨਾਲ ਨਹੀਂ ਹੋਣਾ, ਖਾਲੀ ਪੜ੍ਹਨ ਸੁਣਨ ਨਾਲ ਨਹੀਂ ਹੋਣਾ, ਕਰਨਾ ਪੈਣਾ ਤੈਨੂੰ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਉਹ ਫਿਰ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੇਂਗਮ ਸਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਕਲੀਅਰ ਹੈ ਬਿਲਕੁਲ। ਕਹਿੰਦੇ ਵੀ ਮੈਨੂੰ ਨਹੀਂ ਮੈਨੂੰ ਨਾ ਮੈਂ ਪੜ੍ਹਿਆ ਲਿਖਿਆ ਬਹੁਤਾ, ਮੈਨੂੰ ਨਹੀਂ ਪਤਾ, ਬਸ ਮੈਨੂੰ ਤਾਂ ਇੱਕ ਪਤਾ ਹੈ ਕਿ ਵੀ ਮੈਂ ਉਹਦੇ ਨਾਲ ਜੁੜਨਾ ਹੈ। ਮੈਂ ਜੁੜਨਾ ਹੈ ਬਸ। ਹਾਂਜੀ ਜੁੜਨਾ ਕਿਹਦੇ ਨਾਲ, ਮਤਲਬ ਆਪਣੇ ਉਹ ਮੂਲ ਤੋਂ ਮੈਂ ਟੁੱਟਿਆ ਹੋਇਆ, ਉਹਦੇ ਨਾਲ ਜੁੜਨਾ। ਤਾਂ ਹੀ ਲੋਕ ਕਹਿੰਦੇ ਕਿ ਮੈਂ ਭਗਤੀ ਫਿਰ ਮੈਂ ਨਹੀਂ ਛੱਡਦਾ। ਕਹਿੰਦੇ ਭਾਵੇਂ ਲੋਕ ਮੈਨੂੰ ਗਾਲਾਂ ਕੱਢੀ ਜਾਣ, ਲੋਕ ਭਾਵੇਂ ਨਿੰਦੀ ਜਾਣ, ਜੋ ਮਰਜ਼ੀ ਕਹਿਣ, ਇਹ ਕੀ ਡਰਾਮੇ ਕਰੀ ਜਾਂਦਾ, ਇਹ ਕਮਲਾ ਹੋ ਗਿਆ, ਬੋਰਾ ਹੋ ਗਿਆ। ਨਾਨਕ ਸਾਹਿਬ ਵੀ ਕਹਿੰਦੇ ਨਾ ਕਿ ਵੀ ਲੋਕ ਮੈਨੂੰ ਕਹਿੰਦੇ ਆ ਕਿ ਵੀ ਉਹ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾ ਨਾ। ਉਹ ਕਹਿੰਦੇ ਕੋਈ ਕਹੇ ਭੂਤਨਾ, ਕੋਈ ਕਹੇ ਬੇਤਾਲਾ, ਹੈ ਨਾ ਜੀ। ਉਹ ਕਹਿੰਦੇ ਵੀ ਕਹੀ ਜਾਣ, ਜੋ ਜਿਹੜਾ ਤੂੰ ਕਹਿੰਦਾ ਕਹੀ ਜਾਵੇ। ਆਪਾਂ ਤਾਂ ਆਪਣੀ ਤਾਂ ਬਸ ਉਹ ਮੇਰੀ ਪ੍ਰੀਤ ਗੋਬਿੰਦ ਸਿੰਘ ਲੱਗੀ। ਬਿਲਕੁਲ। ਇਹ ਜਿਹੜਾ ਨਾ ਐਕਚੁਅਲੀ ਅਗਲੇ ਸ਼ਬਦ 'ਚ ਅਗਲੇ ਸ਼ਲੋਕ 'ਚ ਹੋਰ ਕਲੀਅਰ ਕਰ ਰਹੇ, ਕਹਿੰਦੇ ਕਬੀਰ ਲੋਗ ਕੇ ਨਿੰਦੇ ਬੱਪੜਾ ਜਿਹ ਮਨ ਨਾਹੀ ਗਿਆਨ। ਕਹਿੰਦੇ ਨਿੰਦੀ ਜਾ ਰਹੇ ਇੱਥੇ, ਉਹ ਵਿਚਾਰੇ ਕੀ ਨਿੰਦਣਗੇ, ਉਹਨਾਂ ਨੂੰ ਗਿਆਨ ਹੀ ਨਹੀਂ ਹੈਗਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਭਾਈ, ਇਹ ਰਸਤੇ ਦਾ ਪਤਾ ਹੀ ਨਹੀਂ ਹੈਗਾ ਬਈ ਜਿਹੜਾ ਹੈਗਾ ਇਹ ਭਗਤੀ ਕੀ ਚੀਜ਼ ਹੈਗੀ। ਉਹਨਾਂ ਨੂੰ ਇਹਦਾ ਮੁੱਲ ਹੀ ਨਹੀਂ ਪਤਾ, ਉਹਨਾਂ ਨੂੰ ਇਹਦੀ ਵੈਲਿਊ ਨਹੀਂ ਪਤਾ। ਕਬੀਰ ਲੋਕ ਕੇ ਨਿੰਦਾ ਬੱਪੜਾ ਕਹਿੰਦੇ ਵਿਚਾਰਾ, ਲੋਕੀ ਵਿਚਾਰੇ ਕੀ ਨਿੰਦਣਗੇ, ਕੀ ਨਿੰਦ ਰਹੇ ਵਿਚਾਰੇ, ਉਹਨਾਂ ਨੂੰ ਤਾਂ ਗਿਆਨ ਹੀ ਹੈ ਨੀਗਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ। ਰਾਮ ਕਬੀਰਾ ਰਵਰ ਹੈ ਅਵਰ ਤਜੇ ਸਭ ਕਾਮ। ਕਹਿੰਦੇ ਇੱਥੇ ਤਾਂ ਮਾਲਕ ਦੇ ਨਾਲ ਆਤਮਾ ਦੇ ਵਿੱਚ ਸੁਰਤ ਲੀਨ ਹੋ ਗਈ ਹੈ। ਕਹਿੰਦੇ ਬਾਕੀ ਸਾਰੇ ਜਿਹੜੇ ਹੈਗੇ ਕੰਮ ਜਿਹੜੇ ਹੈਗੇ ਉਹਨਾਂ ਦੀ ਕੀ ਵੈਲਿਊ ਹੈਗੀ, ਬਸ ਸਰੀਰ ਨੂੰ ਜਿਹੜਾ ਹੈਗਾ ਪਾਲਣਾ ਹੈਗਾ, ਇੰਨਾ ਕੀ ਹੈਗਾ। ਕਹਿੰਦੇ ਹੁਣ ਤਾਂ ਜਿਹੜਾ ਹੈਗਾ ਬਸ ਮਾਲਕ ਦੇ ਨਾਲ ਹੀ ਲਿਵ ਲੱਗੀ ਰਹਿੰਦੀ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਤੇ ਉਹ ਅੱਗੇ ਬਿਲਕੁਲ ਹੀ ਹੋਰ ਹੀ ਕਲੀਅਰ ਕਰਤਾ ਉਹਨਾਂ ਨੇ। ਕਹਿੰਦੇ ਹੁਣ ਇਹ ਤਾਂ ਦੇਖੋ ਇੱਕ ਸੰਤ ਮਹਾਂਪੁਰਸ਼ਾਂ ਦੀ ਜਿਹੜੇ ਬ੍ਰਹਮ ਗਿਆਨੀਆਂ ਦੀ ਅਵਸਥਾ ਦੇਖੋ,
ਉਹਨਾਂ ਨੂੰ ਕੋਈ ਕ੍ਰੋਧ ਨਹੀਂ ਆ ਰਿਹਾ, ਉਹ ਫਿਰ ਉਹ ਉਹਨਾਂ ਤੇ ਕਰੁਣਾ ਆ ਰਹੀ ਹੈ, ਲੋਕਾਂ ਤੇ ਤਰਸ ਆ ਰਿਹਾ। ਦੇਖੋ ਉਹ ਕਹਿੰਦੇ ਵੀ ਮਤਲਬ ਉਹ ਵਿਚਾਰੇ ਕਹਿੰਦੇ ਨੇ ਉਹਨਾਂ ਨੂੰ ਬੱਪੜੇ, ਬਿਲਕੁਲ ਹਨਾ। ਉਹ ਵਿਚਾਰੇ ਇਸ ਕਰਕੇ ਕਹਿੰਦੇ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਪਤਾ ਹੀ ਨਹੀਂ ਕੁਛ ਵਿਚਾਰਿਆਂ ਨੂੰ, ਇਹ ਕੀ ਨਿੰਦਣਗੇ ਵਿਚਾਰੇ ਮੈਨੂੰ, ਇਹਨਾਂ ਨੂੰ ਗਿਆਨ ਹੀ ਨਹੀਂ ਵਿਚਾਰਿਆਂ ਨੂੰ ਮੈਂ ਕੀ ਕਰ ਰਿਹਾ। ਦੇਖੋ ਉਹ ਕਹਿੰਦੇ ਵੀ ਉਹ ਮੇਰੀ ਤਾਂ ਲਿਵ ਲੱਗੀ ਹੈ ਉਹਦੇ ਨਾਲ, ਮਾਲਕ ਨਾਲ, ਬਾਕੀ ਕੰਮ ਮੇਰੇ ਹੁਣ ਛੁੱਟ ਗਏ ਆ, ਮੈਂ ਕੀ ਕਰਨੇ ਆ। ਉਹ ਜਿਹੜੇ ਮੇਰੇ ਨਾਲ ਨਹੀਂ ਜਾਣੇ, ਨਾਂਗੇ ਆਏ ਨਾਂਗੇ ਜਾਣਾ, ਮੈਂ ਕਿਉਂ ਇਸ ਚੱਕਰਾਂ 'ਚ ਪਾਣਾ। ਤੇ ਉਹ ਇਸੇ ਗੱਲ ਦੀ ਗੱਲ ਕਰ ਰਹੇ ਨੇ ਵੀਰ ਸਾਹਿਬ ਕਿ ਵੀ ਉਹ ਲੋਕਾਂ ਨੂੰ ਵਿਚਾਰਿਆਂ ਨੂੰ ਗਿਆਨ ਨਹੀਂ ਹੈ, ਉਹਨਾਂ ਤੇ ਰੋਸ ਨਹੀਂ ਕਰ ਰਹੇ, ਬਸ ਬੱਪੜੇ ਕਹਿ ਰਹੇ ਨੇ ਉਹਨਾਂ ਨੂੰ ਵੀ ਉਹ ਵਿਚਾਰੇ ਨੇ। ਹਾਂਜੀ ਹਾਂਜੀ। आखिरी आज दा कबीर परदेसी के घागर है 14 लागी आग। ਹੁਣ ਪਰਦੇਸੀ ਕਿਹੜਾ ਹੈ ਜੀ, ਘੱਗਰਾ ਕਿਹੜਾ ਹੈ ਪਰਦੇਸੀ ਦਾ? ਆਪਾਂ ਸਾਰੇ ਪਰਦੇਸੀ ਹੈਗੇ ਆ। ਹਾਂ, ਪਰਦੇਸ ਹੈ, ਆਪਣਾ ਦੇਸ਼ ਥੋੜੀ ਨਾ ਹੈਗਾ ਇਹ, ਇੱਥੇ ਤਾਂ ਥੋੜੇ ਸਮੇਂ ਵਾਸਤੇ ਹੈ ਆਪਾਂ। ਹਾਂ ਜਪਮਨ ਜੀ ਤੁਹਾਡਾ ਦੇਖ ਮਾਈਕ ਬੰਦ ਕਰ ਦਿਓ। कबीर परदेसी के घागर है 14 लागी आग। ਆਪਾਂ ਜਿਹੜੇ ਹੈਗੇ ਜੀਵ, ਆਪਾਂ ਪਰਦੇਸੀ ਹੈਗੇ ਭਾਈ, ਪਰਦੇਸ ਦੇ ਵਿੱਚ ਹੈ, ਦੁਨੀਆ ਦੇ ਵਿੱਚ ਹੈ, ਇਹ ਦੇਸ਼ ਆਪਣਾ ਨਹੀਂ ਹੈਗਾ। ਇਹ ਤਾਂ ਜਿਹੜਾ ਹੈਗਾ ਯਾਤਰਾ ਤੇ ਹੈਗੇ ਆ ਆਪਾਂ। ਇਹ ਆਪਾਂ ਜਿਹੜੇ ਹੈਗੇ ਆ, ਇਹ ਕਹਿੰਦੇ ਆ ਨਾ ਜਿਹੜੇ ਜੇ ਕਿਸੇ ਦੇ ਮਹਿਮਾਨ, ਇੱਥੇ ਤਾਂ 4 ਦਿਨਾਂ ਦੇ ਮਹਿਮਾਨ ਹੈਗੇ ਆ ਆਪਾਂ। ਕਬੀਰ ਪਰਦੇਸੀ ਕੇ ਘਾਗਰ ਹੈ 14 ਲਾਗੀ ਆਗ। ਔਰ ਇੱਥੇ ਆ ਕੇ ਕੀ ਕਰ ਰਹੇ ਆਪਾਂ? ਆਪਣੇ ਅੰਦਰ ਜਿਹੜੀ ਹੈਗੀ ਆ ਵਿਸ਼ੇ ਵਿਕਾਰਾਂ ਦੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਚਾਰੋਂ ਪਾਸੇ ਜਿਹੜਾ ਹੈਗਾ ਆਪਣੀਆਂ ਇੰਦਰੀਆਂ ਨੂੰ ਜਿਹੜੀ ਹੈਗੀ ਅੱਗ ਲੱਗੀ ਪਈ ਹੈ। ਚਾਰੋਂ ਪਾਸੇ ਅੱਗ ਲੱਗੀ ਪਈ ਹੈ। ਦੇਖ ਲਓ ਕਿੰਨਾ ਜ਼ਬਰਦਸਤ ਜਿਹੜੀ ਹੈਗੀ ਅੱਗ ਲੱਗੀ ਆ, ਔਰ ਇੰਨਾ ਧੂੰਆਂ ਉੱਠ ਰਿਹਾ, ਨਜ਼ਰ ਕੁਛ ਆਉਂਦਾ ਹੀ ਨਹੀਂ ਹੈ। ਵਿਚਾਰ ਹੀ ਵਿਚਾਰ ਆ, ਇਹ ਸਵਾਦ ਹੀ ਸਵਾਦ ਆ, ਦੁਨੀਆ ਦੇ ਪਦਾਰਥ ਹੀ ਪਦਾਰਥ ਹੈਗੇ ਆ। ਕਬੀਰ परदेसी के घागर 14 लागी आग, खिंथा जल कोयला भई तागे आँच न लाग। और खिंथा जिहड़ी हैगी आ, ये गोदड़ी जिहड़ी हैगी आ, जिहड़ी ये शरीर हैगा कहंदे जिहड़ा हैगा सड़ के कोला हो गया, शरीर ने तो खत्म हो जाना है। बस किन्ना क भोग लूगा अपन, किन्ना क जिहड़ा स्वाद माण लूगा दुनिया दे। खिंथा जल कोयला पही तागे आँच न लाग। ਤਾਗਾ ਜਿਹੜਾ ਹੈਗਾ ਇਹਦੇ ਅੰਦਰ ਸਿਰਫ ਜਿਹੜਾ ਹੈਗਾ ਦੇਖ ਲਓ ਕਿੰਨਾ ਕੁ ਸਾਈਜ਼ ਹੈਗਾ ਆਪਣੀ ਆਤਮਾ ਦਾ, ਜਿਹੜੀ ਕਿ ਸਪਰਮ ਦੇ ਵਿੱਚ ਵੀ ਫਿੱਟ ਹੋ ਜਾਂਦੀ ਹੈ ਆਪਣੀ ਆਤਮਾ। ਕਹਿੰਦੇ ਉਹ ਤਾਗੇ ਨੂੰ ਜਿਹੜਾ ਹੈਗਾ ਉਹ ਤਾਂ ਉਹਨੂੰ ਜਿਹੜਾ ਹੈਗਾ ਜੇ ਆਂਚ ਨਹੀਂ ਲੱਗਦੀ, ਕਹਿੰਦੇ ਉਹ ਤਾਂ ਉਸ ਤਰ੍ਹਾਂ ਹੀ ਹੈਗਾ ਪਾਏ, ਉਹ ਤਾਂ ਮਰਦਾ ਹੀ ਨਹੀਂ ਹੈ, ਉਹ ਥੋੜ੍ਹੀ ਨਾ ਸੜਦਾ ਹੈ ਆਤਮਾ। ਸਰੀਰ ਦੇ ਨਾਲ ਹੀ ਆਪਾਂ ਜਿਹੜੇ ਹੈਗੇ 4 ਛਪੇਰੇ ਆਪਾਂ ਜਿਹੜੇ ਹੈਗੇ ਆ ਸਰੀਰ ਦੇ ਵਿੱਚ ਜਿਹੜੇ ਹੈਗੇ ਆ, ਇਹ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਜਿਹੜੀਆਂ ਕਰਮ ਇੰਦਰੀਆਂ ਸਵਾਦਾਂ ਦੇ ਵਿੱਚ ਸੰਸਕਾਰਾਂ ਦੇ ਵਿੱਚ ਮੱਚਦੀਆਂ ਰਹਿੰਦੀਆਂ, ਬਸ ਉਹਨਾਂ ਦਾ ਕਾਰਨ ਸਰੀਰ ਵਧੀ ਜਾਂਦਾ। ਜਿਹੜੇ ਹੈਗੇ ਇਸ ਨੂੰ ਬਚਾ ਲੈਂਦੇ ਆ, ਉਹਨਾਂ ਦੀ ਆਤਮਾ ਜਿਹੜੀ ਹੈਗੀ ਅਪਵਿੱਤਰ ਨਹੀਂ ਹੁੰਦੀ, ਉਹਨਾਂ ਦਾ ਕਾਰਨ ਸਰੀਰ ਨਹੀਂ ਜਿਹੜਾ ਹੈਗਾ ਡਿਵੈਲਪ ਹੁੰਦਾ, ਔਰ ਜਿਹੜੇ ਹੈਗੇ ਉਹ ਇਸ ਚੋਂ ਨਿਕਲ ਜਾਂਦੇ ਸੰਸਾਰ ਸਮੁੰਦਰ ਤੋਂ। ਨਹੀਂ ਤਾਂ ਬਾਕੀ ਸਾਰੇ ਦੇ ਸਾਰੇ ਫਿਰ ਇਹ ਅੱਗ ਦੇ ਵਿੱਚ ਹੀ ਜਿਹੜਾ ਹੈਗਾ ਚਾਂਸ ਚਲੇ ਜਾਂਦਾ, ਔਰ ਜਿਹੜੀ ਹੈਗੀ ਫਿਰ ਜੂਨਾਂ ਦੇ ਵਿੱਚ ਭਟਕਦਾ ਹੈ ਇਨਸਾਨ। ਹਾਂਜੀ ਸੁਖਵਿੰਦਰ ਜੀ ਬਿਲਕੁਲ ਜੀ। ਉਹ ਜਿਹੜੀ ਇਹਦੇ ਚ ਕਹਿ ਰਹੇ ਗੱਲ ਕਿ ਵੀ ਕਬੀਰ ਸਾਹਿਬ ਕਹਿੰਦੇ ਕਿ ਵੀ ਆਪਾਂ ਪਰਦੇਸੀ ਹਾਂ, ਨੈਚੁਰਲੀ ਹੈ। ਮੇਰੇ ਮਨ ਤਾਂ ਹੀ ਕੁਰਬਾਨੀ ਚਾਹੁੰਦਾ ਕਿ ਮੇਰੇ ਮਨ ਪਰਦੇਸੀ ਵੇ ਆਓ ਘਰੇ। ਹਾਂ ਤਾਂ ਹੀ ਕਹਿੰਦੇ ਨਾ ਘਰ ਆ ਜਾ, ਤੂੰ ਮੁੜਿਆ ਵਾਪਸ, ਤੂੰ ਪਰਦੇਸੀ ਹੈ, ਤੂੰ ਇੱਥੇ ਇਹ ਧਰਮਸ਼ਾਲ ਦੇ ਵਿੱਚ ਬੈਠਾ ਹੈ, ਕਿਤੇ ਇਹਨੂੰ ਨਾ ਤੂੰ ਆਪਣਾ ਸਮਝ ਕੇ ਬਹਿ ਜਾਈਂ ਕਿ ਵੀ ਇਹ ਮੇਰਾ ਇੱਥੇ ਪਰਮਾਨੈਂਟ ਆ, ਮੈਂ ਇੱਥੋਂ ਨਿਕਲਣਾ ਤੂੰ। ਤੇ ਤੇਰੇ ਚਾਰੇ ਪਾਸੇ ਅੱਗ ਲੱਗੀ ਪਈ ਹੈ, ਤੇਰੇ ਅੰਦਰ ਸਾਈਡਾਂ, ਤੇਰੇ ਅੰਦਰ ਤ੍ਰਿਸ਼ਨਾ ਦੀ ਹੈ ਵੱਡੀ, ਸਭ ਤੋਂ ਵੱਡੀ ਅੱਗ, ਲਾਲਚ ਦੀ, ਲੋਭ ਦੀ, ਕਾਮ ਦੀ, ਕ੍ਰੋਧ ਦੀ, ਉਹ ਸਾਰੀ ਅੱਗ ਲੱਗੀ ਬਿਲਕੁਲ ਆਸੇ ਪਾਸੇ ਅੱਗ ਲੱਗੀ ਹੈ ਚਾਰੇ ਦਿਸ਼ਾਵਾਂ ਚ, ਚਾਰੇ ਦਿਸ਼ਾਵਾਂ ਦੇ ਅੰਦਰ
ਸਾਰੇ ਪਾਸੇ ਜਿੱਧਰ ਦੇਖੇਗਾ ਉਧਰ ਅੱਗ ਹੀ ਅੱਗ ਹੈ ਤੇਰੇ ਅੰਦਰ, ਤੇਰੇ ਸਰੀਰ ਦੇ ਆਸ-ਪਾਸ ਤੂੰ ਉਲਝਿਆ ਫਿਰਦਾ, ਵਿਚਾਰਾਂ ਦੀ ਅੱਗ ਹੈ, ਵਿਚਾਰਾਂ ਦੇ ਵਿੱਚ ਕਦੇ ਕਦੇ ਬੋਧ ਹੈ, ਕਦੇ ਕਾਸੇ ਦੇ ਚਿੱਕੜ ਹੈ, ਕਦੇ ਕੋਈ ਹੈ, ਹਰ ਤਰੀਕੇ ਦੇ ਨਾਲ ਤੈਨੂੰ ਉਸ ਅੱਗ ਨੇ ਘੇਰਿਆ ਹੋਇਆ। ਔਰ ਪੂਰਾ ਦੇਖ ਲਓ ਤੇਰਾ ਸਰੀਰ ਹੈ ਜਿਹੜਾ ਅੱਗ ਵੀ ਐਸੀ ਹੈ ਕਿ ਇੰਨੀ ਇਹ ਦਿਸਦੀ ਨਹੀਂ ਹੈ, ਅੱਗ ਜਿਹੜੀ ਹੈਗੀ ਬੁੱਝੀ ਅੱਗ ਆ ਜਿਵੇਂ, ਔਰ ਇਹਦਾ ਧੂੰਆਂ ਐਸਾ ਹੈ ਇੰਨਾ ਜ਼ਬਰਦਸਤ ਹੈ ਆਪਾਂ ਨੂੰ ਰਸਤਾ ਨਜ਼ਰ ਹੀ ਨਹੀਂ ਆਉਂਦਾ। ਹਾਂ ਐਸਾ ਧੂੰਆਂ ਸਹੀ ਹੈ, ਕੋਈ ਰਸਤਾ ਨਹੀਂ ਨਜ਼ਰ, ਬਸ ਇੱਕ ਧਿਆਨ ਸਿਮਰਨ ਤੋਂ ਸਰੈਂਡਰ ਕਰਕੇ ਮਾਲਕ ਦੇ ਯਾਦ 'ਚ ਬੈਠਣਾ, ਬਸ ਇੱਕੋ ਇੱਕ ਰਸਤਾ ਹੈ, ਇਸ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਇਹਨਾਂ ਦੇ ਨਾਲ ਜਿੱਦਾਂ ਹੀ ਤੇਰਾ ਥੋੜੀ ਜਿਹੀ ਕਲੀਨਿੰਗ ਹੋਈ ਨਹੀਂ ਤੇ ਤੂੰ ਡਿੱਗਿਆ ਨਹੀਂ, ਆਪਾਂ ਉਦੋਂ ਹੀ ਉਲਝ ਜਾਂਦੇ ਹਾਂ। ਐਸੀ ਅੱਗ ਹੈ ਉਹ, ਐਸਾ ਕੋਈ ਵਿਚਾਰ ਆਉਂਦਾ ਹੈ ਉਹ ਤਬਾਹ ਕਰਕੇ ਰੱਖ ਦਿੰਦਾ ਹੈ। ਕ੍ਰੋਧ ਥੋੜਾ ਜਿਹਾ ਪ੍ਰਗਟ ਹੋਇਆ, ਉਹੀ ਆਪਾਂ ਗੱਲ ਕਰਦੇ ਸੀ ਦੁਪਹਿਰੇ ਵੀ, ਕਿ ਵੀ ਇਹ ਕਿਸੇ ਹੱਦ ਤੱਕ ਹੀ ਰੋਕ ਸਕਦੇ ਆ ਨਾ ਉਹਨੂੰ, ਬਿਲਕੁਲ ਕਿਸੇ ਹੱਦ ਤੱਕ ਰੋਕ ਸਕਦੇ ਉਸ ਤੋਂ। ਹਾਂ ਜਦੋਂ ਨਿਕਲ ਗਿਆ ਤੀਰ, ਜਿਵੇਂ ਬੋਲ ਹੈ, ਜਦੋਂ ਬੋਲ ਬਣਦਾ ਹੈ ਉਹ ਮਸਕੀਨ ਜੀ ਵੀ ਕਹਿੰਦੇ ਹੁੰਦੇ ਸੀ ਨਾ ਕਿ ਬੈਕਰੀ ਦੇ ਅੰਦਰੋਂ ਕੁਝ ਵਰਡ ਬਣ ਕੇ ਉਹ ਫਿਰ ਬਾਹਰ ਆਉਂਦਾ ਉਹ ਜਦੋਂ ਨਿਕਲ ਗਿਆ ਬਸ ਉਹ ਤੀਰ ਜਿਵੇਂ ਕਹਿੰਦੇ ਨੇ ਕਮਾਨ ਚੋਂ ਗਿਆ ਤੇ ਬਸ ਗਿਆ, ਬਸ ਫਿਰ ਨਹੀਂ ਆਪਾਂ ਕੁਝ ਕਰ ਸਕਦੇ। ਹਾਂ ਫਿਰ ਕੁਝ ਨਹੀਂ ਕਰ ਸਕਦੇ। ਉਹ ਇਹੀ ਕਹਿ ਰਹੇ ਕਿ ਵੀ ਉਹ ਤੇਰਾ ਜਿਹੜਾ ਉਹ ਜਿਹੜੀ ਆਤਮਾ ਤੇਰੀ ਉਹ ਤੇਰੀ ਅੰਦਰ, ਇਹ ਤਾਂ ਤੇਰਾ ਸਰੀਰ ਹੈ ਜਿਹੜਾ ਬੋਧਰੀ ਤੂੰ ਜਿਹੜੀ ਬਣਾਈ ਬੈਠਾ ਖਿੰਥਾ ਜਿਹੜੀ ਬਣਾਈ ਹੈ, ਤੂੰ ਇਹਨੂੰ ਜਲ ਜਾਣਾ ਕੋਇਲੇ ਵਾਂਗੂ। ਬਿਲਕੁਲ, ਤੇ ਜੇ ਬਚਾ ਸਕਦਾ ਹੈ ਤੇ ਬਚਾ ਲੈ। ਅੰਦਰ ਟਾਪ ਵਾਲੀ ਕੁਰਸੀ ਤੇ ਬੈਠਾ ਸੀ ਤਾਂ ਇਹਨੂੰ ਬਚਾਉਣਾ ਤਾਂ ਬਚਾ ਲੈ, ਮਰਜ਼ੀ ਹੈ ਤੇਰੀ। ਤੂੰ ਮਤਲਬ ਜਿੱਦਾਂ ਇਹਨਾਂ 'ਚ ਉਲਝਣਾ, ਵਿਚਾਰਾਂ ਦੇ ਵਿੱਚ ਉਲਝਿਆ ਰਹਿ, ਨਹੀਂ ਤੇ ਨਿਕਲਣਾ ਤਾਂ ਨਿਕਲ ਜਾ। ਤੈਨੂੰ ਰਸਤਾ ਵੀ ਦੱਸਦਾ ਮਹਾਂਪੁਰਸ਼, ਦੱਸ ਕੇ ਗਏ ਨੇ ਜਗ੍ਹਾ ਜਗ੍ਹਾ, ਹਰ ਕੋਈ ਇਸੇ ਰਸਤੇ ਨਿਕਲਿਆ। ਕੋਈ ਇੱਕ ਐਸਾ ਇਨਸਾਨ ਨਹੀਂ ਦੁਨੀਆ ਦੇ ਅੰਦਰ ਅੱਜ ਤੱਕ ਜਿਹੜਾ ਇਹ ਕਹਿ ਰਿਹਾ। ਦੇਖੋ ਇਹ ਤਾਂ ਬਹੁਤ ਸਾਰੇ ਬ੍ਰਹਮ ਗਿਆਨ ਸਾਰੇ ਪਾਸਿਓਂ, ਜਿੰਨੇ ਮੁਹੰਮਦ ਸਾਹਿਬ ਹੋਏ ਨੇ, ਕ੍ਰਿਸਚੈਨਿਟੀ ਦੇ ਵਿੱਚ ਹੋਏ ਨੇ, ਜਿੰਨੇ ਵੀ ਆਪਣੇ ਗੁਰੂ ਹੋਏ ਨੇ, ਹਰ ਜਗ੍ਹਾ ਜਿੰਨੇ ਮਤਲਬ ਕ੍ਰਿਸ਼ਨ ਅਵਤਾਰ ਜਿੰਨੇ ਵੀ ਹੋਏ ਨੇ, ਉਹ ਕਿ ਅੰਦਰੋਂ ਮਿਲਣਾ ਹੈ। ਕੋਈ ਇੱਕ ਐਸਾ ਇਨਸਾਨ ਨਹੀਂ ਜਿਹੜਾ ਕੋਈ ਬਾਹਰੋਂ ਮਿਲਦਾ, ਨਹੀਂ ਕੋਈ ਨਹੀਂ ਹੈ ਅੱਜ ਤੱਕ। ਫਿਰ ਦੁਨੀਆ ਬਾਹਰ ਨੂੰ ਭੱਜਦੀ ਹੈ। ਚਲੋ ਠੀਕ ਹੈ ਜੀ ਨਿੱਜਰ ਸਾਹਿਬ। ਹਾਂਜੀ, ਅੱਜ ਦਾ ਜੀ ਇੱਥੇ ਆਪਾਂ ਸੰਕੋਚਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮਾਲਕਾ ਸੱਚੇ ਪਾਤਸ਼ਾਹ ਆਪਨੇ ਬਹੁਤ ਬਖਸ਼ਿਸ਼ ਕੀਤੀ, ਆਪਣੀ ਸੰਗਤ ਜਿਹੜੀ ਹੈਗੀ, ਸੰਗਤ ਨੂੰ ਜਿਹੜੀ ਹੈਗੀ ਇਕੱਠੀ ਕੀਤਾ ਸੰਗਤ ਨੂੰ, ਔਰ ਇਹ ਬ੍ਰਹਮ ਗਿਆਨ ਦਿੱਤਾ। ਇਹ ਬਾਣੀ ਵਿਚਾਰਦੇ ਹੋਏ ਜਿਹੜੇ ਹੈਗੇ ਆ, ਹੋਈਆਂ ਅਨੇਕਾਂ ਹੀ ਭੁੱਲਾਂ ਜਿਹੜੀਆਂ ਹੈਗੀਆਂ ਬਖਸ਼ ਲੈਣੀਆਂ, ਔਰ ਬਾਣੀ ਦਾ ਗੂੜਾ ਜਿਹੜਾ ਭਾਵ ਜਿਹੜਾ ਹੈਗਾ ਸੰਗਤ ਦੇ ਹਿਰਦੇ 'ਚ ਵਸਾਉਣਾ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਮਹਾਰਾਜ ਜੀ ਆਪ ਜੀ ਦੀ ਮਿਹਰ ਕਰਨਾ। ਇੱਕ ਬੀਬੀ ਜਿਹੜੀ ਹੈਗੀ ਆ ਉਹਦੇ ਸਰੀਰਿਕ ਕਸ਼ਟ ਹੈਗਾ, ਆਪ ਮਿਹਰ ਕਰੋ ਜਿਹੜਾ, ਤਾਂ ਕਿ ਜਿਹੜਾ ਹੈਗਾ ਉਹ ਆਪਣਾ ਆਪ ਜੀ ਦੀ ਭਗਤੀ ਜਿਹੜੀ ਹੈਗੀ, ਧਿਆਨ ਸਿਮਰਨ ਜਿਹੜਾ ਹੈਗਾ ਉਹ ਪੂਰੀ ਉਹਦੇ ਨਾਲ ਜਿਹੜਾ ਹੈਗਾ ਕਰ ਸਕੇ। ਸਰੀਰ ਨੂੰ ਨਿਰੋਗ ਕਰੋ, ਭੁੱਲਾਂ ਚੁੱਕਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।